ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਅੱਛੇ ਔਰ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ ਆ। ਉਹਦੀਆਂ ਸਾਰੀਆਂ ਭਲਾਈਆਂ ਨੂੰ ਔਰ ਉਹਦੀਆਂ ਸਾਰੀਆਂ ਮਿਹਰਬਾਨੀਆਂ ਨੂੰ ਜੋ ਉਹਨੇ ਪਿਛਲੇ ਦਿਨਾਂ ਸਾਡੇ ਨਾਲ ਕੀਤੀਆਂ ਨੇ, ਸਭ ਤੋਂ ਪਹਿਲਾਂ ਯਾਦ ਕਰਦੇ ਹੋਏ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਪ੍ਰਭੂ ਦਾ ਵਚਨ ਅਸੀਂ ਸੁਣਨ ਲਈ ਜਾ ਰਹੇ ਹਾਂ। ਅੱਜ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਅੱਜ ਦਾ ਵਿਸ਼ਾ ਦੇਖ ਸਕਦੇ ਹੋ ਕਿ ਪਰਮੇਸ਼ਰ ਦਾ ਪ੍ਰੇਮ ਕੀ ਆ, ਜਾਂ ਪਰਮੇਸ਼ਰ ਦਾ ਪਿਆਰ ਕੀ ਆ, ਜਾਂ ਪਰਮੇਸ਼ਰ ਦੇ ਪਿਆਰ ਕਰਨ ਦਾ ਤਰੀਕਾ ਕੀ ਆ। ਹਾਂ, ਪਰਮੇਸ਼ਰ ਪ੍ਰੇਮ ਆ, ਪ੍ਰਭੂ ਯਿਸੂ ਮਸੀਹ ਪਿਆਰ ਆ। ਔਰ ਲਿਖਿਆ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਵੀ ਕੀ ਕਰ ਦਿੱਤਾ ਆ। ਇਹ ਬਾਈਬਲ ਜਾਂ ਪਰਮੇਸ਼ਰ ਦਾ ਵਚਨ ਜਾਂ ਪਰਮੇਸ਼ਰ ਦੇ ਸਾਰੇ ਕੰਮ ਪਰਮੇਸ਼ਰ ਦੇ ਪ੍ਰੇਮ ਤੇ ਹੀ ਆਧਾਰਿਤ ਨੇ। ਪਰ ਸਭ ਤੋਂ ਜ਼ਰੂਰੀ ਗੱਲ ਆ ਕਿ ਅਸੀਂ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਕਰਨ ਦੇ ਤਰੀਕੇ ਨੂੰ ਸਮਝੀਏ ਕਿ ਪਰਮੇਸ਼ਰ ਕਿਸ ਤਰੀਕੇ ਦੇ ਨਾਲ ਜਾਂ ਪਰਮੇਸ਼ਰ ਕਿੱਦਾਂ ਸਾਨੂੰ ਪਿਆਰ ਕਰਦਾ ਆ, ਜਾਂ ਉਹਦੇ ਪਿਆਰ ਕਰਨ ਦਾ ਤਰੀਕਾ ਕੀ ਆ। ਜਦ ਤੱਕ ਸਾਨੂੰ ਉਹਦੇ ਪਿਆਰ ਕਰਨ ਦਾ ਤਰੀਕਾ ਸਮਝ ਨਹੀਂ ਨਾ ਆਏਗਾ, ਤਦ ਤੱਕ ਅਸੀਂ ਆਤਮਿਕ ਜੀਵਨ 'ਚ ਨਿਰਾਸ਼ ਹੀ ਰਵਾਂਗੇ। ਅਸੀਂ ਬੇਸ਼ੱਕ ਅੱਛੇ ਮਸੀਹੀ ਹੋ ਕੇ ਅੱਗੇ ਵੱਧਦੇ ਰਵਾਂਗੇ, ਚੱਲਦੇ ਰਵਾਂਗੇ, ਪਰ ਇੱਕ ਨਿਰਾਸ਼ਾ ਸਾਡਾ ਸਾਥ ਨਹੀਂ ਛੱਡੇਗੀ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਪਰਮੇਸ਼ਰ ਦਾ ਜਿਹੜਾ ਇਹ ਰਾਜ ਆ, ਮਸੀਹ ਦਾ ਰਾਜ, ਆਤਮਾ ਵਿੱਚ ਸ਼ਾਂਤੀ ਤੇ ਕੀ ਆ, ਆਨੰਦ ਆ। ਇਹ ਰਾਜ ਤੁਹਾਡੀ ਆਤਮਾ 'ਚ ਸ਼ਾਂਤੀ ਔਰ ਆਨੰਦ ਲੈ ਕੇ ਆਉਂਦਾ ਆ। ਪਰ ਤਦ ਹੀ ਜਦ ਤੁਸੀਂ ਪਰਮੇਸ਼ਰ ਦੇ ਪ੍ਰੇਮ ਕਰਨ ਦੇ ਤਰੀਕੇ ਨੂੰ ਕੀ ਕਰਦੇ ਹੋ, ਸਮਝਦੇ ਹੋ। ਅਸੀਂ ਅੱਜ ਦੇ ਲਈ ਆਪਣਾ ਵਿਸ਼ਾ ਸਟਾਪ ਕੀਤਾ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਕੀ ਨੁਕਸਾਨ ਹੋਏ ਸੀ। ਫਿਰ ਦੁਬਾਰਾ ਅਸੀਂ ਉੱਥੋਂ 10 ਨੰਬਰ ਪਾਰਟ ਤੋਂ ਫਿਰ ਸ਼ੁਰੂ ਕਰਾਂਗੇ। ਪਰ ਅੱਜ ਦੇ ਲਈ ਪਰਮੇਸ਼ਰ ਨੇ ਇੱਕ ਖਾਸ ਮੈਸੇਜ ਸਾਡੇ ਸਾਰਿਆਂ ਦੇ ਲਈ ਇਹ ਦਿੱਤਾ ਤਾਂ ਕਿ ਅਸੀਂ ਇਸ ਚੀਜ਼ ਨੂੰ ਵੀ ਸਿੱਖਦੇ ਹੋਏ ਆਤਮਿਕ ਜੀਵਨ 'ਚ ਅੱਗੇ ਵੱਧ ਸਕੀਏ ਕਿ ਪਰਮੇਸ਼ਰ ਦੇ ਪਿਆਰ ਕਰਨ ਦਾ ਢੰਗ ਜਾਂ ਪਰਮੇਸ਼ਰ ਦੇ ਪ੍ਰੇਮ ਕਰਨ ਦਾ ਤਰੀਕਾ ਕੀ ਆ, ਉਸ ਤਰੀਕੇ ਨੂੰ ਸਮਝਣਾ ਆ। ਤਾਂ ਆਈਏ ਇੱਕ ਵਚਨ ਜੋ ਸਾਨੂੰ ਇਹ ਉਹਦੇ ਪ੍ਰੇਮ ਕਰਨ ਦਾ ਢੰਗ ਸਮਝਾਏਗਾ, ਉਸ ਵਚਨ ਨੂੰ ਦੇਖਦੇ ਹੋਏ ਕੁਝ ਗੱਲਾਂ ਤੇ ਪਰਮੇਸ਼ਰ ਦਾ ਵਚਨ ਪ੍ਰਕਾਸ਼ ਪਾਏਗਾ, ਰੋਸ਼ਨੀ ਪਾਏਗਾ, ਤਾਂ ਕਿ ਅਸੀਂ ਉਹਨਾਂ ਨੂੰ ਸਮਝ ਸਕੀਏ। ਤੋਂ ਪੜ੍ਹਦੇ ਹਾਂ ਜੀ ਯੂਹੰਨਾ ਦੀ ਇੰਜੀਲ, ਉਹਦਾ 11 ਬਾਬ 5 ਔਰ 6 ਵਚਨ। ਯੂਹੰਨਾ ਦੀ ਇੰਜੀਲ 11 ਬਾਬ 5 ਔਰ 6 ਵਚਨ ਪੜ੍ਹੀਏ। ਯਿਸੂ ਮਾਰਥਾ ਨੂੰ ਅਤੇ ਉਹਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ। ਲਿਖਿਆ ਯਿਸੂ ਮਾਰਥਾ ਨੂੰ ਔਰ ਉਹਦੀ ਭੈਣ ਨੂੰ ਮਰੀਮ ਨੂੰ ਔਰ ਉਹਦੇ ਭਰਾ ਲਾਜ਼ਰ ਨੂੰ ਕੀ ਕਰਦਾ ਸੀ, ਪਿਆਰ ਕਰਦਾ ਸੀ। ਅਸੀਂ ਇੱਥੇ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਕੁਝ ਲੋਕਾਂ ਨੂੰ ਪਿਆਰ ਕਰ ਰਿਹਾ। ਬਾਈਬਲ ਬਿਆਨ ਕਰ ਰਹੀ ਹੈ, ਪਰਮੇਸ਼ਰ ਦਾ ਵਚਨ ਬਿਆਨ ਕਰ ਰਿਹਾ ਕਿ ਪ੍ਰਭੂ ਯਿਸੂ ਮਸੀਹ ਮਰੀਮ ਨੂੰ ਵੀ, ਮਾਰਥਾ ਨੂੰ ਵੀ ਤੇ ਉਹਨਾਂ ਦੇ ਭਰਾ ਲਾਜ਼ਰ ਨੂੰ ਵੀ ਕੀ ਕਰਦਾ ਸੀ। ਥੋੜਾ ਜਰਾ ਤੁਸੀਂ ਸਭ ਇਹ ਵਚਨ ਨੂੰ ਜਾਣਦੇ ਹੋ, ਪਰ ਅੱਗੇ ਅੱਗੇ ਨਾ ਦੌੜਿਓ, ਥੋੜਾ ਜਿਹਾ ਮੇਰੇ ਨਾਲ ਨਾਲ ਹੀ ਚੱਲਿਓ। ਤੁਹਾਨੂੰ ਸਭਨਾਂ ਨੂੰ ਪਤਾ ਲਾਜ਼ਰ ਬਾਅਦ ਚ ਕੀ ਹੋ ਗਿਆ ਸੀ, ਜਿੰਦਾ ਹੋ ਗਿਆ ਸੀ। ਪਰ ਇੱਥੋਂ ਤੱਕ ਹਜੇ ਕਿਸੇ ਨੂੰ ਪਤਾ ਨਹੀਂ ਆ ਕਿ ਲਾਜ਼ਰ ਕੀ ਹੋਵੇਗਾ, ਜਿਉਂਦਾ ਵੀ ਹੋਵੇਗਾ। ਇਸ ਕਾਰਨ ਥੋੜਾ ਰੁਕਿਓ, ਆਪਣੀਆਂ ਸੋਚਾਂ ਨੂੰ ਅੱਗੇ ਨਹੀਂ ਲੈ ਕੇ ਜਾਣਾ। ਜਿੱਥੇ ਜਿੱਥੇ ਪਰਮੇਸ਼ਰ ਦਾ ਵਚਨ ਚੱਲਦਾ ਨਾਲ ਨਾਲ ਹੀ ਰਹਿਣਾ। ਇੱਥੋਂ ਤੱਕ ਹਜੇ ਲਾਜ਼ਰ ਮਰਿਆ ਨਹੀਂ ਆ। ਔਰ ਇੱਥੋਂ ਤੱਕ ਪਰਮੇਸ਼ਰ ਦਾ ਵਚਨ ਵੀ ਕੀ ਕਹਿੰਦਾ ਆ ਕਿ ਪ੍ਰਭੂ ਯਿਸੂ ਮਸੀਹ ਮਰੀਮ ਨੂੰ, ਉਹਦੀ ਭੈਣ ਮਾਰਥਾ ਨੂੰ ਤੇ ਉਹਦੇ ਭਰਾ ਲਾਜ਼ਰ ਨੂੰ ਕੀ ਕਰਦਾ ਸੀ, ਪਿਆਰ ਕਰਦਾ ਸੀ। ਕਿਉਂਕਿ ਉਹ ਵੀ ਇਹਨੂੰ ਕੀ ਕਰਦੇ ਸੀ, ਬੜਾ ਪਿਆਰ ਕਰਦੇ ਸੀ ਯਿਸੂ ਮਸੀਹ ਨੂੰ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗਾ, ਕੀ ਤੁਸੀਂ ਉਹਨੂੰ ਪਿਆਰ ਕਰਦੇ ਹੋ? ਸਾਰਿਆਂ ਦਾ ਜਵਾਬ ਹੋਏਗਾ ਹਾਂ, ਅਸੀਂ ਵੀ ਉਹਨੂੰ ਪਿਆਰ ਕਰਦੇ ਹਾਂ। ਸੱਚਮੁੱਚ ਸਭ ਜੋ ਮਸੀਹੀ ਨੇ ਸਭ ਪਰਮੇਸ਼ਰ ਨੂੰ ਕੀ ਕਰਦੇ ਨੇ, ਪ੍ਰੇਮ ਕਰਦੇ ਨੇ, ਕਿਉਂਕਿ ਉਹਨੇ ਵੀ ਤੁਹਾਡੇ ਨਾਲ ਕੀ ਕੀਤਾ ਆ, ਪਿਆਰ ਕੀਤਾ ਆ। ਇਸੇ ਕਾਰਨ ਇਹ ਤਿੰਨੋਂ ਭੈਣ ਭਰਾ ਵੀ, ਇਹਨਾਂ ਦੇ ਮਾਂ ਬਾਪ ਦਾ ਵੇਰਵਾ ਨਹੀਂ ਲਿਖਿਆ ਇਸ ਜਗ੍ਹਾ ਤੇ। ਇਸ ਕਰਕੇ ਪਰਿਵਾਰ ਦੇ ਵਿੱਚ ਹੋ ਸਕਦਾ ਤਿੰਨ ਹੀ ਮੈਂਬਰ ਹੋਣ। ਇਹ ਤਿੰਨੇ ਵੀ ਕੀ ਕਰਦੇ ਨੇ, ਪਰਮੇਸ਼ਰ ਨੂੰ ਪਿਆਰ ਕਰਦੇ ਨੇ। ਔਰ ਲਿਖਿਆ ਪ੍ਰਭੂ ਯਿਸੂ ਮਸੀਹ ਵੀ ਇਹਨਾਂ ਨੂੰ ਕੀ ਕਰਦਾ ਆ, ਪਿਆਰ ਕਰਦਾ ਹੈ। ਹੁਣ ਤੁਸੀਂ ਦੱਸੋ, ਜੇਕਰ ਕੋਈ ਕਿਸੇ ਨੂੰ ਪਿਆਰ ਕਰਦਾ ਹੋਵੇ ਔਰ ਉਹਦੀਆਂ ਸਾਰੀਆਂ ਚਿੰਤਾ ਉਹ ਜਾਣਦਾ, ਉਹਦੀ ਸਾਰੀਆਂ ਚਿੰਤਾ ਤੋਂ ਵਾਕਿਫ ਹੁੰਦਾ ਆ ਔਰ ਉਹਦੇ ਲਈ ਉਹ ਚਿੰਤਾ ਕਰਦਾ ਆ। ਪਰ ਇੱਥੇ ਜਿਹੜੀ ਅਸੀਂ ਇੱਕ ਗੱਲ ਦੇਖਣ ਲਈ ਜਾ ਰਹੇ ਹਾਂ, ਉਹ ਗੱਲ ਥੋੜਾ ਜਿਹਾ ਸਾਡੇ ਦਿਮਾਗ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਪੇਸ਼ ਕਰਦੀ ਆ
ਲਿਖਿਆ ਪਰਮੇਸ਼ਰ ਦਾ ਵਚਨ ਕਹਿੰਦਾ ਪ੍ਰਭੂ ਯਿਸੂ ਮਸੀਹ ਮਾਰਥਾ ਨੂੰ, ਮਰੀਅਮ ਨੂੰ ਤੇ ਲਾਜ਼ਰ ਨੂੰ ਕੀ ਕਰਦਾ ਸੀ? ਪਿਆਰ ਕਰਦਾ ਸੀ। ਪੜ੍ਹੀਏ। ਯਿਸੂ ਮਾਰਥਾ ਨੂੰ ਅਤੇ ਉਹਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ। ਹਾਂ। ਸੋ ਜਾਂ ਉਸਨੇ ਸੁਣਿਆ ਭਈ ਉਹ ਬਿਮਾਰ ਹੈ। ਜਦੋਂ ਯਿਸੂ ਮਸੀਹ ਨੂੰ ਇਹ ਸੁਨੇਹਾ ਮਿਲਿਆ ਕਿ ਉਹਦਾ ਮਿੱਤਰ ਜਾਂ ਉਹਦਾ ਯਿਸੂ ਮਸੀਹ ਜਿਹਨੂੰ ਪਿਆਰ ਕਰਦਾ ਆ, ਉਹ ਲਾਜ਼ਰ ਬਿਮਾਰ ਆ, ਸਖਤ ਬਿਮਾਰ ਆ। ਯਿਸੂ ਮਸੀਹ ਦੂਸਰੀ ਜਗ੍ਹਾ ਨੇ ਔਰ ਉੱਥੇ ਇੱਕ ਮੈਸੇਜ ਆਇਆ ਕਿ ਲਾਜ਼ਰ ਕੀ ਆ? ਬਿਮਾਰ ਆ। ਹੁਣ ਤੁਸੀਂ ਜਾਂ ਮੈਂ ਜੇ ਕਿਸੇ ਨੂੰ ਇਸ ਹੱਦ ਤੱਕ ਪਿਆਰ ਕਰਦੇ ਆ ਨਾ, ਤੇ ਅਸੀਂ ਜੇਕਰ ਸਾਨੂੰ ਕੋਈ ਸੁਨੇਹਾ ਮਿਲੇਗਾ ਨਾ ਕਿ ਸਾਡਾ ਕੋਈ ਪ੍ਰੇਮ ਕਰਨ ਵਾਲਾ ਜਾਂ ਸਾਡਾ ਕੋਈ ਪਿਆਰ ਕਰਨ ਵਾਲਾ ਜਿਹਨੂੰ ਅਸੀਂ ਪਿਆਰ ਕਰਦੇ ਆ ਉਹ ਬਿਮਾਰ ਆ ਜਾਂ ਉਹਦੇ ਤੇ ਕੋਈ ਕਸ਼ਟ ਜਾਂ ਮੁਸੀਬਤ ਆ, ਅਸੀਂ ਸਾਰੇ ਕੰਮ ਛੱਡ ਕੇ ਦੌੜ ਕੇ ਕਿੱਥੇ ਜਾਵਾਂਗੇ? ਉਹਦੇ ਕੋਲ ਜਾਵਾਂਗੇ। ਇਹ ਇੱਕ ਸੰਸਾਰਿਕ ਸੋਚ, ਇਹ ਆ ਸੰਸਾਰ ਦਾ ਤਰੀਕਾ। ਜਿਸ ਤਰ੍ਹਾਂ ਸੰਸਾਰ ਸੋਚਦਾ, ਜਿਸ ਤਰ੍ਹਾਂ ਸੰਸਾਰ ਚੱਲਦਾ, ਉਹੀ ਗੱਲਾਂ ਸਾਡੇ ਵਿੱਚ ਆ ਕਿ ਅਸੀਂ ਜੇਕਰ ਕੋਈ ਸਾਡੇ ਨਾਲ ਪਿਆਰ ਕਰਦਾ ਜਾਂ ਅਸੀਂ ਕਿਸੇ ਨੂੰ ਪਿਆਰ ਕਰਦੇ ਆ, ਉਹਦੀ ਮੁਸੀਬਤ ਵੇਲੇ ਭੱਜ ਕੇ ਅਸੀਂ ਕੀ ਕਰਦੇ ਆ? ਉਹਨਾਂ ਦੇ ਕੋਲ ਜਾਂਦੇ ਆ। ਪਰ ਅੱਜ ਅਸੀਂ ਵੇਖਣ ਲਈ ਜਾ ਰਹੇ ਆ ਯਿਸੂ ਮਸੀਹ ਦੇ ਪ੍ਰੇਮ ਕਰਨ ਦਾ ਤਰੀਕਾ ਕੀ ਆ। ਪਰਮੇਸ਼ਰ ਸਾਡੇ ਨਾਲ ਕਿਹੜੇ ਤਰੀਕੇ ਦੇ ਨਾਲ ਪਿਆਰ ਕਰਦਾ ਆ। ਲਿਖਿਆ ਜਦੋਂ ਇਹ ਪਤਾ ਲੱਗਾ ਕਿ ਉਹ ਲਾਜ਼ਰ ਬਿਮਾਰ ਹੈ ਤੇ ਕੀ ਹੋਇਆ ਜੀ? ਹਾਂਜੀ। ਸੋ ਜਾਂ ਉਸਨੇ ਸੁਣਿਆ ਭਈ ਉਹ ਬਿਮਾਰ ਹੈ। ਜਦੋਂ ਉਹਨੇ ਸੁਣਿਆ ਕਿ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ 2 ਦਿਨ ਉੱਥੇ ਹੀ ਰਿਹਾ। ਉੱਥੇ ਹੀ ਰੁਕਿਆ ਰਿਹਾ, ਉਹ ਗਿਆ ਹੀ ਨਹੀਂ। ਕਈਆਂ ਦੇ ਦਿਮਾਗ 'ਚ ਆਏਗਾ ਕੈਸਾ ਪ੍ਰੇਮ ਹੈ, ਕੈਸਾ ਪਿਆਰ ਹੈ। ਇੱਕ ਪਾਸੇ ਵਚਨ ਕਹਿੰਦਾ ਯਿਸੂ ਮਸੀਹ ਇਹਨਾਂ ਤਿੰਨਾਂ ਭੈਣ ਭਰਾਵਾਂ ਨੂੰ ਪਿਆਰ ਕਰਦਾ, ਔਰ ਇੱਕ ਪਾਸੇ ਪਤਾ ਲੱਗਾ ਕਿ ਉਹ ਬਿਮਾਰ ਨੇ ਔਰ ਯਿਸੂ ਮਸੀਹ ਕੀ ਨਹੀਂ ਕੀਤਾ? ਗਿਆ ਹੀ ਨਹੀਂ। ਇਹ ਗੱਲਾਂ ਸੰਸਾਰਿਕ ਸਮਝ ਤੋਂ ਬਾਹਰ ਨੇ, ਇਹ ਗੱਲਾਂ ਸੰਸਾਰਿਕ ਸੋਚ ਤੋਂ ਬਾਹਰ ਨੇ। ਇਹ ਆਤਮਿਕ ਸੋਚ ਆ। ਯਿਸੂ ਮਸੀਹ ਸਾਡੀ ਸੰਸਾਰਿਕ ਸੋਚ ਵਾਂਗੂ ਨਹੀਂ ਚੱਲਦਾ। ਸਵਰਗ ਸਾਡੀ ਸੰਸਾਰਿਕ ਸੋਚ ਤੇ ਆਧਾਰਿਤ ਨਹੀਂ ਆ। ਸਵਰਗ ਦੀ ਇੱਕ ਆਪਣੀ ਰਣਨੀਤੀ ਆ, ਸਵਰਗ ਦੀ ਇੱਕ ਆਪਣੀ ਸਟ੍ਰੈਟਜੀ ਆ। ਉਹ ਆਪਣੇ ਤਰੀਕੇ ਨਾਲ ਚੱਲਦਾ ਔਰ ਸਵਰਗ ਦੇ ਤਰੀਕੇ ਹਮੇਸ਼ਾ ਵਧੀਆ ਤਰੀਕੇ ਹੁੰਦੇ ਨੇ। ਕਈ ਵਾਰ ਸਾਨੂੰ ਨਿਰਾਸ਼ਾ ਹੁੰਦੀ ਹੈ, ਸਾਡੇ ਜੀਵਨ 'ਚ ਵੀ ਇਸ ਤਰ੍ਹਾਂ ਹੋਏਗਾ ਨਾ। ਤੁਸੀਂ ਕਈ ਵਾਰ ਆਪਣੇ ਮਸਲਿਆਂ ਦੇ ਲਈ ਪ੍ਰਾਰਥਨਾ ਕਰਦੇ ਹੋ, ਕਈ ਵਾਰ ਤੁਸੀਂ ਆਪਣੇ ਮੁਸੀਬਤਾਂ ਦੇ ਲਈ ਪ੍ਰਾਰਥਨਾ ਕਰਦੇ ਹੋ, ਪਰ ਜਵਾਬ ਨਹੀਂ ਆਉਂਦਾ। ਇੱਕ ਪਾਸੇ ਤੁਸੀਂ ਹਾਮੀ ਭਰਦੇ ਹੋ, ਪਰਮੇਸ਼ਰ ਕਹਿੰਦੇ ਤੁਸੀਂ ਮੇਰੇ ਪਿਆਰੇ ਪੁੱਤਰ ਹੋ। ਪਰਮੇਸ਼ਰ ਦੇ ਅਸੀਂ ਧੀਆਂ ਪੁੱਤਰ ਆ, ਉਹ ਸਾਨੂੰ ਪਿਆਰ ਕਰਦਾ ਆ। ਪਰ ਕਈ ਵਾਰ ਪਰਮੇਸ਼ਰ ਦਾ ਜਵਾਬ ਬਹੁਤ ਦੇਰ ਨਾਲ ਆਉਂਦਾ ਆ। ਕਈ ਵਾਰ ਪਰਮੇਸ਼ਰ ਦਾ ਜਵਾਬ ਬੜਾ ਲੇਟ ਆਉਂਦਾ ਆ। ਤੁਸੀਂ ਪ੍ਰਾਰਥਨਾ ਕਰ ਰਹੇ ਹੋ ਆਪਣੀ ਕਿਸੇ ਮਜਬੂਰੀ ਦੇ ਲਈ, ਆਪਣੀ ਕਿਸੇ ਸਮੱਸਿਆ ਦੇ ਲਈ, ਆਪਣੀ ਕਿਸੇ ਕਸ਼ਟ ਦੇ ਲਈ, ਪਰ ਪਰਮੇਸ਼ਰ ਦਾ ਜਵਾਬ ਨਹੀਂ ਆ ਰਿਹਾ। ਤੁਸੀਂ ਕੀ ਸੋਚੋਗੇ ਉਸ ਸਮੇਂ? ਇਹ ਕੀ ਹੋ ਰਿਹਾ? ਇਹ ਕੈਸਾ ਪ੍ਰੇਮ ਆ? ਇਹ ਕੈਸਾ ਪਿਆਰ ਆ? ਇਸ ਸਮੇਂ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਸੁਨੇਹਾ ਪਹੁੰਚ ਚੁੱਕਾ ਆ, ਪਰ ਯਿਸੂ ਮਸੀਹ ਨਹੀਂ ਆਇਆ। ਲਿਖਿਆ 2 ਦਿਨ ਹੋਰ ਪ੍ਰੋਗਰਾਮ ਉੱਥੇ ਵਧਾ ਦਿੱਤਾ ਗਿਆ। ਜਿੱਥੇ ਅਸੀਂ 2 ਦਿਨ ਕੀ ਕੀਤਾ, ਉਹ ਉੱਥੇ ਹੀ ਟਿਕਿਆ ਰਿਹਾ। ਮੇਰੇ ਪਿਆਰਿਓ, ਜਦੋਂ ਐਸੀ ਹਾਲਾਤ ਤੁਹਾਡੇ ਤੇ ਆਵੇ, ਜਦੋਂ ਐਸਾ ਸਮਾਂ ਤੁਹਾਡੇ ਤੇ ਆਵੇ, ਤਾਂ ਕਦੇ ਵੀ ਪਰੇਸ਼ਾਨ ਨਹੀਂ ਹੋਣਾ, ਘਬਰਾਉਣਾ ਨਹੀਂ। ਜਦੋਂ ਤੁਸੀਂ ਪ੍ਰਾਰਥਨਾ ਕਰਨ ਲਈ ਆਪਣੇ ਘੁਟਨੇ ਟੇਕਦੇ ਹੋ, ਜਦੋਂ ਕੋਈ ਤੁਸੀਂ ਆਪਣੀ ਸਮੱਸਿਆ ਪਰਮੇਸ਼ਰ ਨੂੰ ਦੱਸਦੇ ਹੋ, ਉਸੇ ਸਮੇਂ ਤੁਹਾਡੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਕੋਲ ਪਹੁੰਚ ਜਾਂਦੀ ਹੈ। ਪ੍ਰਭੂ ਯਿਸੂ ਮਸੀਹ ਨੂੰ ਤੁਹਾਡਾ ਸੁਨੇਹਾ ਮਿਲ ਜਾਂਦਾ ਆ। ਪਰ ਹੁਣ ਅੱਗੇ ਜਿਹੜਾ ਕੰਮ ਹੋਵੇਗਾ ਨਾ, ਉਹ ਤੁਹਾਡੀ ਮਰਜ਼ੀ ਦੇ ਨਾਲ ਨਹੀਂ, ਉਹ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਦੇ ਨਾਲ ਹੋਵੇਗਾ। ਜੋ ਉਹ ਚਾਹੇਗਾ ਉਸੇ ਤਰੀਕੇ ਨਾਲ ਅੱਗੇ ਕੰਮ ਚੱਲੇਗਾ। ਉਹ ਪਿਆਰ ਕਰਦਾ, ਇਹ 'ਚ ਕੋਈ ਸ਼ੱਕ ਨਹੀਂ ਆ। ਉਹ ਤੁਹਾਨੂੰ ਵੀ, ਮੈਨੂੰ ਵੀ, ਸਾਰੇ ਜਗਤ ਨੂੰ ਕੀ ਕਰਦਾ ਆ। ਤਾਂ ਹੀ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਉਹਨੇ ਸਾਰੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਹੀ ਕੀ ਕਰ ਦਿੱਤਾ, ਤਾਂ ਜੋ ਹਰ ਕੋਈ ਉਹਦੇ ਤੇ ਕੀ ਕਰੇ, ਜਿਹੜਾ ਵਿਸ਼ਵਾਸ ਕਰੇਗਾ ਮਰੇਗਾ ਨਹੀਂ ਬਲਕਿ ਸਦਾ ਦਾ ਜੀਵਨ ਪਾਵੇਗਾ। ਸਭਨਾਂ ਨੂੰ ਪਿਆਰ ਕਰਦਾ ਹੈ। ਪਰ ਅਸੀਂ ਚਾਹੁੰਦੇ ਹਾਂ ਸਾਡੀ ਇਸ ਬੁੱਧ ਦੇ ਅਨੁਸਾਰ, ਸਾਡੀ ਇਸ ਸਮਝ ਦੇ ਅਨੁਸਾਰ, ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਸਵਰਗ ਦਾ ਪਰਮੇਸ਼ਰ ਉਸ ਤਰ੍ਹਾਂ ਚੱਲੇ। ਪਰ ਮੇਰੇ ਪਿਆਰਿਓ, ਇਸ ਚੀਜ਼ ਨੂੰ ਸਮਝਿਓ, ਪਰਮੇਸ਼ਰ ਦੇ ਪ੍ਰੇਮ ਕਰਨ ਦਾ ਤਰੀਕਾ ਕੀ ਆ। ਇੱਥੇ ਸੋਚਦੇ ਹੋਣਗੇ, ਇੱਥੇ ਲਾਜ਼ਰ ਵੀ ਸੋਚਦਾ ਹੋਵੇਗਾ। ਜਿਸ ਤਰ੍ਹਾਂ ਇੱਕ ਵਾਰ ਪਰਮੇਸ਼ਰ ਦਾ ਦਾਸ ਦਾਊਦ ਵੀ ਕੀ ਕਰ ਰਿਹਾ, ਸੋਚ ਰਿਹਾ। ਜ਼ਬੂਰ 28 ਦੀ 1 ਪੜ੍ਹੀਏ।
ਔਰ ਇਹਨੂੰ ਹਿੰਦੀ 'ਚ ਔਰ ਪੰਜਾਬੀ ਦੋਨਾਂ ਭਾਸ਼ਾਵਾਂ 'ਚ ਪੜ੍ਹਨਾ। हे यहोवा मैं तेनू पुकारांगा, ਕਹਿੰਦਾ ਹੇ ਯਹੋਵਾ ਮੈਂ ਤੈਨੂੰ ਪੁਕਾਰਾਂਗਾ, हे मेरी चट्टान ਹੇ ਮੇਰੀ ਚਟਾਨ मेरे नाल चुप ना रो। ਮੇਰੇ ਨਾਲ। ਇੱਥੇ ਵੀ ਇਹ ਪੁਕਾਰ ਰਿਹਾ ਹੈ ਉਹਨੂੰ, ਪਰ ਪਰਮੇਸ਼ਰ ਕੀ ਆ? ਚੁੱਪ। ਪਰਮੇਸ਼ਰ ਕੋਈ ਵੀ ਜਵਾਬ ਨਹੀਂ ਦੇ ਰਿਹਾ। ਕਹਿੰਦਾ ਮੇਰੇ ਨਾਲ ਚੁੱਪ ਨਾ ਰਹੋ। ਹਾਂ, मते जे तू मेथों चुप वट लवे ਕਹਿੰਦਾ ਮਤੇ ਜੇ ਤੂੰ ਮੇਥੋਂ ਚੁੱਪ ਵਟ ਲਵੇਂ, तां मैं उन्हां वर्गा हो जावां ਕਹਿੰਦਾ ਮੈਂ ਉਹਨਾਂ ਵਰਗਾ ਹੋ ਜਾਵਾਂਗਾ ਜਿਹੜੇ ਗੌਰ ਵਿੱਚ ਉਤਰਦੇ ਹਨ। ਜਿਹੜੇ ਗੌਰ ਵਿੱਚ ਭਾਵ ਕਬਰ ਵਿੱਚ ਕੀ ਹੋ ਜਾਂਦੇ ਨੇ? ਉਤਰ ਕੇ। ਕਹਿੰਦਾ ਜੇ ਤੂੰ ਮੇਰੇ ਨਾਲ ਚੁੱਪ ਵਟ ਛੜੀ ਤੇ ਸ਼ਾਇਦ ਮੈਂ ਮਰ ਜਾਵਾਂ, ਮੈਂ ਕਬਰ ਦੇ ਵਿੱਚ ਕੀ ਹੋ ਜਾਵਾਂ, ਚਲਾ ਜਾਵਾਂ। ਪੜ੍ਹੀਏ। हे यहोवा मैं तुझी को पुकारूंगा, हाँ। हे मेरी चट्टान मेरी सुनी अनसुनी ना कर। ਕਹਿੰਦਾ ਹੇ ਮੇਰੀ ਚਟਾਨ ਮੇਰੀਆਂ ਪ੍ਰਾਰਥਨਾ ਦੀ ਅਣਦੇਖੀ ਜਾਂ ਅਨਸੁਣੀ ਨਾ ਕਰ। ਹਾਂ ऐसा ना हो कि तेरे चुप रहने से मैं कब्र में पड़े हुओं के समान हो ਹਾਂ जाऊं। ਕਹਿੰਦਾ ਐਸਾ ਨਾ ਹੋਵੇ ਕਿ ਤੇਰੇ ਚੁੱਪ ਰਹਿਣ ਦੇ ਕਾਰਨ ਮੈਂ ਕਬਰ ਵਿੱਚ ਪਿਆ ਹੋਇਆ ਮਹਿਸੂਸ ਕਰਾਂ। ਪਰ ਇੱਥੇ ਲਾਜ਼ਰ ਤੇ ਸੱਚਮੁੱਚ ਕਿੱਥੇ ਚਲਾ ਗਿਆ? ਮਰ ਗਿਆ, ਕਬਰ 'ਚ ਚਲਾ ਗਿਆ। ਯਿਸੂ ਮਸੀਹ ਨਹੀਂ ਆਇਆ। ਇਸ ਚੀਜ਼ ਨੂੰ ਵੇਖ ਕੇ ਕਈ ਵਾਰ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦੇ ਪ੍ਰਤੀ ਸ਼ੱਕ ਆਉਂਦਾ ਆ ਕਿ ਪਤਾ ਨਹੀਂ ਸ਼ਾਇਦ ਪਰਮੇਸ਼ਰ ਸਾਨੂੰ ਪਿਆਰ ਕਰਦਾ ਕਿ ਨਹੀਂ ਕਰਦਾ। ਪਰ ਅੱਜ ਅਸੀਂ ਉਹੀ ਵੇਖਣ ਲਈ ਜਾ ਰਹੇ ਹਾਂ, ਪਰਮੇਸ਼ਰ ਦੇ ਪ੍ਰੇਮ ਕਰਨ ਦੇ ਤਰੀਕੇ ਕੀ ਨੇ। ਹੁਣ ਗੌਰ ਦੇ ਨਾਲ ਇਸ ਵਚਨ ਨੂੰ ਸੁਣਨਾ। ਮੰਨ ਲਓ ਜਿੱਦਣ ਪ੍ਰਭੂ ਯਿਸੂ ਮਸੀਹ ਨੂੰ ਇਹ ਸੁਨੇਹਾ ਮਿਲਿਆ ਕਿ ਲਾਜ਼ਰ ਬਿਮਾਰ ਆ, ਜੇ ਉਹ ਉਦਣ ਚਲਾ ਜਾਂਦਾ, ਜੇ ਉਹ ਉਸੇ ਵਕਤ ਚਲਾ ਜਾਂਦਾ ਤੇ ਲਾਜ਼ਰ ਨੂੰ ਕਿਸ ਹਾਲਾਤ 'ਚ ਵੇਖਣਾ ਸੀ ਉਹਨੇ? ਲਾਜ਼ਰ ਬਿਮਾਰ ਸੀ ਤੇ ਪ੍ਰਾਰਥਨਾ ਕਰਦਾ ਤੇ ਲਾਜ਼ਰ ਕੀ ਹੋ ਜਾਣਾ ਸੀ? ਚੰਗਾ ਹੋ ਜਾਣਾ ਸੀ। ਪਰ ਯਿਸੂ ਮਸੀਹ 2 ਦਿਨ ਹੋਰ ਟਿਕਿਆ ਰਿਹਾ। ਉਹ 2 ਦਿਨ ਹੋਰ ਲੇਟ ਹੋ ਗਿਆ। ਉਹਦੇ ਜਾਂਦੇ ਨੂੰ ਲਾਜ਼ਰ ਕੀ ਹੋ ਗਿਆ? ਮਰ ਗਿਆ, ਦੱਬਿਆ ਗਿਆ, ਕਬਰ 'ਚ ਰੱਖਿਆ ਗਿਆ। ਵੱਡਾ ਪੱਥਰ ਵੀ ਕੀ ਕਰ ਦਿੱਤਾ ਗਿਆ? ਉਹਦੀ ਕਬਰ ਤੇ ਲਾ ਦਿੱਤਾ ਗਿਆ। ਹੁਣ ਇਹ ਗਿਆ ਆ ਔਰ ਦੂਰੋਂ ਲਾਜ਼ਰ ਦੀ ਭੈਣ ਪ੍ਰਭੂ ਯਿਸੂ ਮਸੀਹ ਨੂੰ ਕੀ ਕਹਿੰਦੀ ਆ? ਪ੍ਰਭੂ ਜੇ ਤੂੰ ਇੱਥੇ ਹੁੰਦਾ ਨਾ ਤੇ ਮੇਰਾ ਭਰਾ ਕਦੇ ਵੀ ਨਾ ਮਰਦਾ। ਉਹ ਸੋਚਦੀ ਹੈ ਘਾਟਾ ਪੈ ਗਿਆ, ਪ੍ਰਭੂ ਯਿਸੂ ਮਸੀਹ ਸਾਨੂੰ ਕੀ ਨਹੀਂ ਕਰ ਰਹੇ? ਪਿਆਰ ਨਹੀਂ ਕਰ ਰਹੇ। ਪਰ ਮੇਰੇ ਪਿਆਰੇ, ਉਹਦੇ ਪਿਆਰ ਕਰਨ ਦਾ ਤਰੀਕਾ ਕੀ ਆ? ਹੁਣ ਇਹ ਗਿਆ, ਪ੍ਰਭੂ ਯਿਸੂ ਮਸੀਹ ਹੁਣ ਗਿਆ ਔਰ ਜਾ ਕੇ ਮੁਰਦੇ ਲਾਜ਼ਰ ਨੂੰ ਕੀ ਕੀਤਾ ਆ? ਜਿੰਦਾ ਕੀਤਾ ਆ। ਔਰ ਮੁਰਦਾ ਲਾਜ਼ਰ ਉਹ ਵੀ ਕਿੰਨੇ ਦਿਨ ਦਾ? 4 ਦਿਨ ਦਾ। ਅੱਜ ਤੋਂ ਪਹਿਲਾਂ ਕਦੇ ਵੀ ਇਹ ਸੰਸਾਰ ਦੇ ਇਤਿਹਾਸ 'ਚ ਹੋਇਆ ਨਹੀਂ ਸੀ ਕਿ ਕੋਈ 4 ਦਿਨ ਦਾ ਮੁਰਦਾ ਵੀ ਕੀ ਹੋਵੇ? ਜਿੰਦਾ ਹੋਵੇ। ਇਹਦਾ ਮਤਲਬ ਕੀ ਆ? ਉਹ ਆਪਣੇ ਪਿਆਰਿਆਂ ਦੇ ਲਈ ਉਹਨਾਂ ਦੇ ਜੀਵਨ 'ਚ ਕੁਝ ਐਸਾ ਕਰਨਾ ਚਾਹੁੰਦਾ ਆ ਜਿਹੜਾ ਕਦੀ ਪਹਿਲਾਂ ਹੋਇਆ ਹੀ ਨਹੀਂ। ਉਹ ਆਪਣੇ ਪਿਆਰਿਆਂ ਦੇ ਲਈ, ਜਿਨ੍ਹਾਂ ਨੂੰ ਉਹ ਪਿਆਰ ਕਰਦਾ ਆ, ਉਹਨਾਂ ਦੇ ਜੀਵਨ 'ਚ ਉਹਨਾਂ ਦੀ ਸੋਚ ਨਾਲੋਂ ਉਹ ਵੱਡਾ ਕੰਮ ਕਰਨਾ ਚਾਹੁੰਦਾ ਆ। ਤੁਸੀਂ ਕੀ ਸੋਚਦੇ ਹੋ? ਤੁਹਾਡੇ ਤੋਂ ਵੱਧ ਪਰਮੇਸ਼ਰ ਤੁਹਾਡੇ ਲਈ ਸੋਚਦਾ ਆ। ਕਹਿੰਦਾ ਉਹਨੇ ਆਪਣੇ ਪ੍ਰੇਮੀਆਂ ਦੇ ਲਈ ਐਸੀਆਂ ਵਸਤਾਂ ਜਿਹੜੀਆਂ ਨਾ ਕਿਸੇ ਅੱਖ ਨੇ ਅੱਜ ਤੱਕ ਕੀ ਕੀਤੀਆਂ ਨੇ? ਵੇਖੀਆਂ, ਤੇ ਨਾ ਕਿਸੇ ਕੰਨ ਨੇ ਅੱਜ ਤੱਕ ਕੀ ਕੀਤੀਆਂ ਨੇ? ਸੁਣੀਆਂ, ਤੇ ਨਾ ਕਿਸੇ ਦਿਮਾਗ ਨੇ ਅੱਜ ਤੱਕ ਸੋਚੀਆਂ ਨੇ। ਐਸੀਆਂ ਚੀਜ਼ਾਂ ਰੱਖੀਆਂ ਨੇ ਉਹਨੇ। ਅਸੀਂ ਕਾਲੇ ਪੈ ਕੇ ਕੀ ਕਹਿੰਦੇ? ਪ੍ਰਭੂ ਆਹ ਕੰਮ ਕਰਦੇ। ਪ੍ਰਭੂ ਸਾਡੇ ਜੀਵਨ ਦੇ ਵਿੱਚ ਉਸ ਲਾਜ਼ਰ ਦੀ ਤਰ੍ਹਾਂ ਵੱਡਾ ਕੰਮ ਕਰਨਾ ਚਾਹੁੰਦਾ ਆ। ਇਸ ਕਰਕੇ ਪਰੇਸ਼ਾਨ ਨਾ ਹੋਵੋ। ਉਹ ਸਾਨੂੰ ਪਿਆਰ ਕਰਦਾ ਆ, ਉਹ ਸਾਨੂੰ ਪ੍ਰੇਮ ਕਰਦਾ ਆ। ਉਹ ਆਏਗਾ। ਪਰਮੇਸ਼ਰ ਦੀ ਦੇਰੀ, ਪਰਮੇਸ਼ਰ ਦਾ ਦੇਰ ਨਾਲ ਆਉਣਾ ਉਹਦਾ ਇਨਕਾਰ ਨਹੀਂ ਆ। ਉਹ ਆਏਗਾ। ਜਿੰਨਾ ਉਹ ਲੇਟ ਆਏਗਾ, ਜਿੰਨਾ ਤੁਹਾਡੀ ਪ੍ਰਾਰਥਨਾ ਦਾ ਜਵਾਬ ਲੇਟ ਆਏਗਾ, ਉਨਾ ਹੀ ਵੱਡਾ ਤੁਹਾਡੇ ਜੀਵਨ 'ਚੋਂ ਕੰਮ ਕਰੇਗਾ। ਇਸੇ ਕਾਰਨ ਨੂੰ ਬਿਮਾਰ ਲਾਜ਼ਰ ਤੇ ਪਹੁੰਚਿਆ ਨਹੀਂ। ਉਹ ਚਾਹੁੰਦਾ ਸੀ ਮੈਂ ਇਹਨਾਂ ਨੂੰ ਪਿਆਰ ਕਰਦਾ ਆ, ਇਹਨਾਂ ਦੇ ਲਈ ਮੈਂ ਇੱਕ ਵੱਡਾ ਕੰਮ ਕਰਾਂਗਾ। ਅੱਜ ਮੇਰੇ ਪਿਆਰਿਓ, ਤੁਹਾਨੂੰ ਵੀ ਪਰਮੇਸ਼ਰ ਪਿਆਰ ਕਰਦਾ ਆ ਔਰ ਤੁਹਾਡੇ ਲਈ ਉਹ ਤੁਹਾਡੇ ਜੀਵਨ 'ਚ ਵੱਡਾ ਕੰਮ ਕਰਨਾ ਚਾਹੁੰਦਾ ਆ। ਇਸ ਕਾਰਨ ਜੇਕਰ ਹੁਣ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਤੁਹਾਡੀ ਪ੍ਰਾਰਥਨਾ ਦਾ ਜਵਾਬ ਨਹੀਂ ਮਿਲ ਰਿਹਾ, ਤੁਹਾਡੀ ਪ੍ਰਾਰਥਨਾ ਦਾ ਜਵਾਬ ਨਹੀਂ ਆ ਰਿਹਾ, ਪਰੇਸ਼ਾਨ ਨਾ ਹੋਇਓ। ਪਰਮੇਸ਼ਰ ਨੇ ਪ੍ਰਾਰਥਨਾ ਸੁਣ ਲਈ ਆ। ਤੁਹਾਡੇ ਲਈ ਉਹ ਕੋਈ ਵੱਡਾ ਕੰਮ ਕਰਨ ਦੀ ਇੰਤਜ਼ਾਰੀ ਦੇ ਵਿੱਚ ਆ। ਉਹ ਆਏਗਾ ਤੇ ਜਿੱਦਣ ਜਵਾਬ ਆਏਗਾ ਤੁਹਾਡੀਆਂ ਸੋਚਾਂ ਨਾਲੋਂ ਕਿਤੇ ਵੱਧ ਕੇ ਆਵੇਗਾ। ਇਹ ਆ ਉਹ ਚੀਜ਼ਾਂ ਜਿਹੜੀਆਂ ਕਿਸੇ ਸੋਚ ਨੇ ਕੀ ਨਹੀਂ ਕੀਤੀਆਂ, ਅੱਜ ਤੱਕ ਸੋਚੀਆਂ ਵੀ ਨਹੀਂ। ਮਰੀਮ ਮਾਰਥਾ ਨੇ ਸੋਚਿਆ ਕਿ ਸਾਡਾ ਭਰਾ ਜਿੰਦਾ ਹੋ ਜਾਵੇਗਾ? ਕਦੇ ਵੀ ਨਹੀਂ।
ਉਹਨਾਂ ਨੂੰ ਸਿਰਫ ਗੁੱਸਾ ਹੋਵੇਗਾ ਕਿ ਪ੍ਰਭੂ ਯਿਸੂ ਮਸੀਹ ਨੂੰ ਸੁਨੇਹਾ ਮਿਲਣ ਦੇ ਬਾਵਜੂਦ ਯਿਸੂ ਮਸੀਹ ਕੀ ਨਹੀਂ ਕੀਤੇ, ਆਏ ਨਹੀਂ। ਪਰ ਬਾਅਦ ਚ ਜਦੋਂ ਉਹਨਾਂ ਦੇਖਿਆ ਹੋਵੇਗਾ ਸੱਚਮੁੱਚ ਪ੍ਰਭੂ ਯਿਸੂ ਮਸੀਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਮੇਰੇ ਪਿਆਰਿਓ, ਇਸ ਘਟਨਾ ਦੁਆਰਾ ਪ੍ਰਭੂ ਯਿਸੂ ਮਸੀਹ ਸਾਨੂੰ ਕੀ ਸਿਖਾਉਣਾ ਚਾਹੁੰਦਾ ਆ? ਉਹ ਸਾਨੂੰ ਪਿਆਰ ਕਰਦਾ ਆ, ਪਰ ਉਹਦੇ ਪਿਆਰ ਕਰਨ ਦਾ ਤਰੀਕਾ ਅਲੱਗ ਆ, ਸੰਸਾਰਿਕ ਤਰੀਕਾ ਨਹੀਂ ਆ। ਸਾਡੀ ਸੰਸਾਰਿਕ ਬੁੱਧ ਦੇ ਦੁਆਰਾ, ਸਾਡੇ ਸੰਸਾਰਿਕ ਸੋਚ ਦੇ ਦੁਆਰਾ ਉਹਦਾ ਪ੍ਰੇਮ ਪ੍ਰਗਟ ਨਹੀਂ ਹੁੰਦਾ। ਉਹਦਾ ਪ੍ਰੇਮ ਹੁੰਦਾ ਸਵਰਗੀ ਕੰਮਾਂ ਦੇ ਨਾਲ ਪ੍ਰਗਟ। ਜਿਸ ਤਰ੍ਹਾਂ ਸੰਸਾਰ ਦੇ ਲੋਕ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ, ਉਸ ਤਰ੍ਹਾਂ ਪਰਮੇਸ਼ਰ ਸਾਨੂੰ ਪਿਆਰ ਨਹੀਂ ਕਰਦਾ। ਇਹ ਕਿਤੇ ਵੱਧ ਕੇ, ਸੰਸਾਰ ਦੇ ਲੈਵਲ ਤੋਂ ਵੱਧ ਕੇ ਕੀ ਕਰਦਾ ਆ? ਪਿਆਰ ਕਰਦਾ ਆ। ਇਸ ਕਰਕੇ ਪਰੇਸ਼ਾਨ ਨਹੀਂ ਹੋਣਾ। ਤੁਹਾਡੀਆਂ ਪ੍ਰਾਰਥਨਾ ਦਾ ਜਵਾਬ ਜਿੰਨਾ ਲੇਟ ਹੋ ਰਿਹਾ, ਉਨਾ ਖੁਸ਼ ਹੋਵੋ ਤੁਸੀਂ, ਉਨਾ ਵੱਧ ਕੇ ਪਰਮੇਸ਼ਰ ਦੀ ਸਨਾ ਕਰੋ। ਪ੍ਰਭੂ, ਤੂੰ ਮੇਰੇ ਜੀਵਨ ਦੇ ਵਿੱਚ ਇੱਕ ਅਨੋਖਾ ਕੰਮ ਕਰਨ ਲਈ ਜਾ ਰਿਹਾ। ਤੂੰ ਮੇਰੇ ਜੀਵਨ 'ਚ ਇੱਕ ਵੱਡਾ ਕੰਮ ਕਰਨ ਲਈ ਜਾ ਰਿਹਾ ਜਿਹੜਾ ਕਦੀ ਹੋਇਆ ਹੀ ਨਹੀਂ। ਹਾਲੇਲੂਇਆ। ਇਹ ਇੱਕ ਅਨੋਖਾ, ਪਰਮੇਸ਼ਰ ਦਾ ਪਿਆਰ ਅਨੋਖਾ ਪਿਆਰ ਆ। ਇਹ ਦੁਨੀਆ ਦੀ ਤਰ੍ਹਾਂ ਦਾ ਪਿਆਰ ਨਹੀਂ ਆ। ਇਸ ਅਨੋਖੇ ਪਿਆਰ ਦੇ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ। ਉਹ ਸਾਡੇ ਤਰੀਕੇ ਨਾਲ ਨਹੀਂ ਆਏਗਾ, ਉਹ ਸਾਡੇ ਤਰੀਕੇ ਨਾਲ ਕੰਮ ਨਹੀਂ ਕਰੇਗਾ, ਉਹ ਆਪਣੇ ਤਰੀਕੇ ਨਾਲ ਕੰਮ ਕਰਦਾ। ਕਿਉਂਕਿ ਸਾਡੀ ਬੁੱਧ ਸੀਮਤ ਆ, ਸਾਡੀ ਸਮਝ ਸੀਮਤ ਆ, ਪਰ ਪਰਮੇਸ਼ਰ ਦੀ ਸੀਮਤ ਅਪਰੰਪਾਰ ਆ। ਉਹਦੇ ਵਰਗਾ ਕੋਈ ਸੋਚ ਨਹੀਂ ਸਕਦਾ, ਉਹਦੇ ਵਰਗਾ ਕੋਈ ਕਰ ਨਹੀਂ ਸਕਦਾ। ਤਾਂ ਹੀ ਤੇ ਪਰਮੇਸ਼ਰ ਦਾ ਵਚਨ ਲਿਖਦਾ ਨਾ, ਜਦੋਂ ਤੂੰ ਧਰਤੀ ਦੀ ਨੀਂਹ ਰੱਖ ਰਿਹਾ ਸੀ, ਜਦੋਂ ਤੂੰ ਨੰਬਰਾਂ ਨੂੰ ਬਣਾ ਰਿਹਾ ਸੀ, ਕਿ ਕਿਸੇ ਨੇ ਤੈਨੂੰ ਸਲਾਹ ਦਿੱਤੀ ਜਾਂ ਤੂੰ ਕਿਸੇ ਦੀ ਸਲਾਹ ਮੰਗੀ? ਨਹੀਂ, ਤੂੰ ਕਿਸੇ ਦੀ ਸਲਾਹ ਨਹੀਂ ਮੰਗਦਾ। ਤੈਨੂੰ ਕਿਸੇ ਦੇ ਸਲਾਹ ਦੀ ਕੀ ਨਹੀਂ ਆ, ਜ਼ਰੂਰਤ ਨਹੀਂ ਆ, ਕਿਉਂਕਿ ਤੂੰ ਖੁਦ ਐਸਾ ਸਾਮਰਥੀ ਆ। ਇਸ ਕਰਕੇ ਮੇਰੇ ਪਿਆਰਿਓ, ਪਰਮੇਸ਼ਰ ਦੇ ਇਹਨਾਂ ਮਹਾਨ ਕੰਮਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਿਓ। ਹੁਣ ਸਾਡੇ ਜੀਵਨਾਂ 'ਚ ਆਉਣ ਵਾਲੀਆਂ ਮੁਸ਼ਕਲਾਂ ਦੇ ਲਈ ਕਿ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਇਹਦੇ ਤੇ ਵੀ ਇੱਕ ਸਵਾਲੀਆ ਨਿਸ਼ਾਨ ਹੈ ਸਾਡਾ। ਅਸੀਂ ਹਰ ਕੰਮ ਦੇ ਲਈ, ਜੋ ਵੀ ਕੋਈ ਦੁਨੀਆ ਤੇ ਕੰਮ ਹੁੰਦਾ ਨਾ, ਅਸੀਂ ਕਹਿੰਦੇ ਸ਼ੈਤਾਨ ਨੇ ਕਰ ਦਿੱਤਾ। ਕੋਈ ਵੀ ਜੇਕਰ ਕੋਈ ਬੁਰਾ ਸਮਾਂ ਕਿਸੇ ਦੇ ਹੁੰਦਾ, ਅਸੀਂ ਕੀ ਕਹਿੰਦੇ ਆ? ਸ਼ੈਤਾਨ ਨੇ ਕਰ ਦਿੱਤਾ। ਪਰ ਮਸੀਹੀਓ, ਖਾਸ ਕਰਕੇ ਜੋ ਇੱਕ ਮਸੀਹੀ ਲਾਈਨ 'ਚ ਚੱਲ ਰਹੇ ਨੇ, ਤੁਸੀਂ ਜਦੋਂ ਪਰਮੇਸ਼ਰ ਨੂੰ ਆਪਣਾ ਜੀਵਨ ਦਿੱਤਾ ਸੀ, ਤੁਸੀਂ ਪਰਮੇਸ਼ਰ ਦੇ ਹੱਥ ਦੇ ਵਿੱਚ ਆਪਣਾ ਜੀਵਨ ਕੀ ਕੀਤਾ ਸੀ? ਸੌਂਪ ਦਿੱਤਾ ਸੀ। ਔਰ ਹੁਣ ਜੋ ਵੀ ਹੋਵੇਗਾ ਉਹ ਤੁਹਾਡੀ ਮਰਜ਼ੀ ਦੇ ਅਨੁਸਾਰ ਹੀ ਹੋਵੇਗਾ, ਉਹ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਹੋਵੇਗਾ। ਤੇ ਜੇਕਰ ਸਾਡੇ ਜੀਵਨ 'ਚ ਕੁਝ ਹੁੰਦਾ ਆ, ਕੁਝ ਬੁਰਾ ਸਮਾਂ ਆ ਜਾਂਦਾ, ਅਸੀਂ ਕੀ ਕਹਿੰਦੇ ਆ? ਕਿੰਨੇ ਕਰ ਦਿੱਤਾ? ਸ਼ੈਤਾਨ ਨੇ ਕਰ ਦਿੱਤਾ। ਜੇ ਇਹ ਕੰਮ ਤੁਸੀਂ ਕਰ ਰਹੇ ਹੋ ਤੇ ਤੁਸੀਂ ਅਣਜਾਣਪੁਣੇ 'ਚ ਹੀ ਸ਼ੈਤਾਨ ਦੀ ਮਹਿਮਾ ਕਰ ਰਹੇ ਹੋ। ਤੁਸੀਂ ਅਣਜਾਣਪੁਣੇ 'ਚ ਸ਼ੈਤਾਨ ਦੀ ਪ੍ਰੇਜ਼ ਕਰ ਰਹੇ ਹੋ। ਤੁਸੀਂ ਇਹ ਨਹੀਂ ਕਹਿ ਰਹੇ ਪ੍ਰੇਜ਼ ਦਾ ਲਾਰਡ, ਤੁਸੀਂ ਕਹਿ ਰਹੇ ਹੋ ਪ੍ਰੇਜ਼ ਦਾ ਸ਼ੈਤਾਨ। ਐਵੇਂ ਕਾਲੇ ਨਾ ਪਾਓ। ਕਿਸੇ ਵੀ ਕੰਮ ਦੇ ਲਈ ਐਵੇਂ ਝੱਟ ਸ਼ੈਤਾਨ ਦੀ ਮਹਿਮਾ ਨਾ ਕਰਨਾ ਸ਼ੁਰੂ ਕਰ ਦਿਓ। ਇਹ ਪਰਮੇਸ਼ਰ ਹੀ ਸਾਮਰਥੀ ਆ। ਦੁਨੀਆ ਤੇ ਜੋ ਵੀ ਹੋ ਰਿਹਾ ਨਾ, ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਰਿਹਾ। ਦੁਨੀਆ ਤੇ ਇੱਕ ਪੱਤਾ ਵੀ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹਿਲਦਾ ਹੈ। ਕਰੋਨਾ ਵਾਇਰਸ ਆਇਆ, ਕੁਝ ਵੀ ਆਇਆ, ਹੁਣ ਤੁਸੀਂ ਆਪਣੇ ਘਰਾਂ 'ਚ ਬੰਦ ਹੋ, ਜੋ ਵੀ ਆਏ ਸਭ ਉਹਦੀ ਮਰਜ਼ੀ ਦੇ ਨਾਲ ਹੋ ਰਿਹਾ। ਕਿਉਂਕਿ ਇਹ ਧਰਤੀ ਉਹਦੀ ਆ, ਉਹਨੇ ਬਣਾਈ ਆ, ਤੇ ਉਹ ਇਹਦਾ ਮਾਲਕ ਆ, ਔਰ ਉਹ ਇਹਦਾ ਰਾਜਾ ਵੀ ਆ। ਉਹਦੇ ਹੁਕਮ ਦੇ ਨਾਲ ਹੀ ਸਭ ਕੁਝ ਹੁੰਦਾ ਹੈ। ਜੋ ਵੀ ਕਰ ਰਿਹਾ ਉਹੀ ਕਰ ਰਿਹਾ ਆ। ਐਵੇਂ ਇਹਦੇ ਬਦਲੇ ਸ਼ੈਤਾਨ ਨੂੰ ਨਹੀਂ ਉੱਚਾ ਕਰਨਾ। ਮਸੀਹੀ ਦੇ ਜੀਵਨ 'ਚ ਸਿਰਫ ਔਰ ਸਿਰਫ ਪਰਮੇਸ਼ਰ ਹੀ ਉੱਚਾ ਹੁੰਦਾ ਆ। ਅੱਗੇ ਅਸੀਂ ਪੜ੍ਹਦੇ ਜਾ ਕੇ ਕਿਸ ਤਰ੍ਹਾਂ ਮਸੀਹੀ ਦੇ ਜੀਵਨ 'ਚ ਪਰਮੇਸ਼ਰ ਉੱਚਾ ਹੁੰਦਾ ਹੈ। ਪਰਮੇਸ਼ਰ ਦੇ ਪਿਆਰ ਕਰਨ ਦੇ ਤਰੀਕੇ ਕੀ ਨੇ? ਇੱਕ ਇਨਸਾਨ ਦੀ ਕਹਾਣੀ ਨੂੰ ਅਸੀਂ ਅੱਜ ਵੇਖਣ ਲਈ ਜਾ ਰਹੇ ਹਾਂ ਕਿ ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਉਹਨੂੰ ਪਿਆਰ ਕਰਦਾ ਸੀ। ਪਰਮੇਸ਼ਰ ਉਹਨੂੰ ਕੁਝ ਬਣਾਉਣਾ ਚਾਹੁੰਦਾ ਸੀ। ਪਰਮੇਸ਼ਰ ਉਹਦੇ ਨਾਲ ਕੁਝ ਕਰਨਾ ਚਾਹੁੰਦਾ ਸੀ। ਪਰ ਪਰਮੇਸ਼ਰ ਉਹਦੇ ਜੀਵਨ ਦੇ ਵਿੱਚ ਕੁਝ ਬੁਰੇ ਸਮੇਂ ਲੈ ਕੇ ਆਇਆ। ਉਹਨਾਂ ਬੁਰਿਆਂ ਸਮਿਆਂ ਨੂੰ ਜਦੋਂ ਉਹਨੇ ਵਾਪਸ ਮੁੜ ਕੇ ਦੇਖਿਆ, ਉਹਨੇ ਚੰਗੇ ਪਲਾਂ ਦੇ ਲਈ ਨਹੀਂ, ਬੁਰਿਆਂ ਸਮਿਆਂ ਦੇ ਲਈ ਵੀ ਪਰਮੇਸ਼ਰ ਦਾ ਧੰਨਵਾਦ ਕੀਤਾ।
ਇੱਕ ਮਸੀਹ ਸਿਰਫ ਚੰਗਿਆਂ ਸਮਿਆਂ ਦੇ ਲਈ ਨਹੀਂ, ਬੁਰਿਆਂ ਸਮਿਆਂ ਦੇ ਲਈ ਵੀ ਪਰਮੇਸ਼ਰ ਦਾ ਕੀ ਕਰਦਾ ਆ? ਧੰਨਵਾਦ ਕਰਦਾ। ਪ੍ਰਭੂ ਜੇ ਬੁਰੇ ਸਮੇਂ ਮੇਰੇ ਜੀਵਨ ਚ ਨਾ ਹੁੰਦੇ ਤੇ ਮੈਂ ਕਦੇ ਵੀ ਇੱਥੋਂ ਤੱਕ ਨਹੀਂ ਪਹੁੰਚਦਾ। ਆइए पढ़ते हैं उत्पत्ति ਦੀ किताब, ਉਹਦਾ 37 ਬਾਬ 24 ਵਚਨ। ਯੂਸਫ ਨਾਂ ਦਾ ਇੱਕ ਸ਼ਖਸ ਜਿਹਨੂੰ ਤੁਸੀਂ ਸਭ ਜਾਣਦੇ ਹੋ, ਯਾਕੂਬ ਦਾ ਬੇਟਾ ਔਰ 11 ਭਰਾਵਾਂ ਦਾ 12ਵਾਂ ਭਰਾ, ਇੱਕ ਭੈਣ ਵੀ ਆ। ਯਾਕੂਬ ਦਾ ਬੇਟਾ, 11 ਭਰਾਵਾਂ ਦਾ ਇੱਕ 12ਵਾਂ ਭਰਾ ਔਰ ਆਪਣੇ ਪਿਓ ਦਾ ਲਾਡਲਾ। ਇਹਦਾ ਬਾਪ ਇਹਨੂੰ ਸਭ ਤੋਂ ਵੱਧ ਕੀ ਕਰਦਾ ਆ? ਪਿਆਰ ਕਰਦਾ ਆ। ਔਰ ਘਰ ਦੇ ਵਿੱਚ ਇੱਕ ਰਾਜੇ ਦੀ ਤਰ੍ਹਾਂ, ਇੱਕ ਪ੍ਰਿੰਸ ਦੀ ਤਰ੍ਹਾਂ, ਘਰ ਦੇ ਵਿੱਚ ਇੱਕ ਸ਼ਹਿਜ਼ਾਦੇ ਦੀ ਤਰ੍ਹਾਂ ਰਹਿੰਦੇ। ਮਾਂ ਵੀ ਪਿਆਰ ਕਰਦੀ ਆ, ਬਾਪ ਵੀ ਕੀ ਕਰਦਾ? ਪਿਆਰ ਕਰਦਾ। ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਇਹਨੂੰ ਨਹੀਂ ਆਉਂਦੀ। ਪਰ ਇੱਕ ਦਿਨ ਅਚਾਨਕ ਐਸਾ ਇਹਦੇ ਜੀਵਨ ਦੇ ਵਿੱਚ ਇੱਕ ਤੂਫਾਨ ਆ ਗਿਆ, ਜਾਂ ਭੁਚਾਲ ਕਹਿ ਲਓ, ਆ ਗਿਆ। ਇਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਇੱਕ ਪਲ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਇਹਦੇ ਨਾਲ ਹੋ ਗਈਆਂ। ਆइए ਪੜ੍ਹਦੇ ਹਾਂ ਜੀ 37 ਦਾ 24। ਤਾਂ ਉਹਨਾਂ ਨੇ ਉਹਨੂੰ ਲੈ ਕੇ ਟੋਏ ਵਿੱਚ ਸੁੱਟ ਦਿੱਤਾ। ਉਹਨਾਂ ਨੇ ਉਹਨੂੰ ਲੈ ਕੇ ਪਹਿਲਾਂ ਤੇ ਮਾਰਿਆ, ਫਿਰ ਉਹਦੇ ਕੱਪੜੇ ਉਤਾਰੇ, ਫਿਰ ਕਿੱਥੇ ਸੁੱਟ ਦਿੱਤਾ? ਟੋਏ ਦੇ ਵਿੱਚ ਸੁੱਟ ਦਿੱਤਾ। ਹਾਂ, ਪਰ ਉਹ ਟੋਇਆ ਸਖਣਾ ਸੀ, ਹਾਂ, ਉਸ ਵਿੱਚ ਪਾਣੀ ਨਹੀਂ ਸੀ। ਉਸ ਟੋਏ ਦੇ ਵਿੱਚ ਕੀ ਕਰ ਦਿੱਤਾ ਇਹਨੂੰ? ਟੋਏ ਚ ਕਹਿਣ ਤੋਂ ਮਤਲਬ ਆਪਣੀ ਜ਼ਿੰਦਗੀ ਦੇ ਸਭ ਤੋਂ ਨੀਵੇਂ ਸਤਰ ਤੇ ਪਹੁੰਚ ਗਿਆ। ਐਸੀ ਮੁਸ਼ਕਲ ਆ ਗਈ ਕਿ ਧਰਤੀ ਤੋਂ ਵੀ ਕਿੱਥੇ ਚਲਾ ਗਿਆ, ਐਸਾ ਲੈਵਲ ਆ ਗਿਆ। ਮੇਰੇ ਪਿਆਰੇ, ਤੁਹਾਡੇ ਜੀਵਨ 'ਚ ਵੀ ਹੋ ਸਕਦਾ। ਤੁਹਾਡੇ ਜੀਵਨ 'ਚ ਹੋ ਸਕਦਾ ਤੁਸੀਂ ਐਸੇ ਡੂੰਘੇ ਟੋਏ 'ਚ ਚਲੇ ਜਾਓ, ਐਸੇ ਸਮੇਂ ਦੇ ਵਿੱਚ ਚਲੇ ਜਾਓ, ਤੁਸੀਂ ਸੋਚੋ ਇਹ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਟਾਈਮ ਆ। ਉਹਦੇ ਤੇ ਵੀ ਚੰਗਾ ਭਲਾ ਸਭ ਕੁਝ ਚੱਲ ਰਿਹਾ ਸੀ। ਸਿਰਫ ਸਵੇਰੇ ਨਿਕਲਿਆ, ਦੁਪਹਿਰ ਦੇ ਟਾਈਮ ਆਪਣੇ ਭਰਾਵਾਂ ਕੋਲ ਪਹੁੰਚਿਆ, 1 ਮਿੰਟ ਦੇ ਵਿੱਚ ਐਸੀ ਹਾਲਾਤ ਹੋ ਗਈ, ਭਰਾਵਾਂ ਮਾਰਿਆ, ਉਹਦਾ ਚੋਲਾ ਉਤਾਰਿਆ, ਕਿੱਥੇ ਸੁੱਟ ਦਿੱਤਾ? ਟੋਏ 'ਚ ਪਿਆ। ਕੀ ਸੋਚਦਾ ਹੋਏਗਾ? ਅੱਜ ਸਵੇਰੇ ਤੇ ਮੈਂ ਇੱਕ ਰਾਜਕੁਮਾਰ ਦੀ ਤਰ੍ਹਾਂ ਸੀ, 17-18 ਸਾਲ ਦੀ ਉਮਰ ਹੈ ਇਸ ਸਮੇਂ ਉਹਦੀ, ਮੈਂ ਤੇ ਰਾਜਕੁਮਾਰ ਦੀ ਤਰ੍ਹਾਂ ਸੀ। ਅਚਾਨਕ ਮੇਰਾ ਸਭ ਕੁਝ ਕੀ ਕਰ ਦਿੱਤਾ ਗਿਆ ਆ? ਖੋਲਿਆ ਗਿਆ ਆ। ਔਰ ਥੋੜੀ ਦੇਰ ਬਾਅਦ ਉਹਨਾਂ ਨੇ ਉਹਨੂੰ ਉਸ ਟੋਏ ਚੋਂ ਬਾਹਰ ਕੱਢਿਆ ਤੇ ਵੇਚ ਦਿੱਤਾ। ਕਿ ਜਿਹੜਾ ਰਾਜਕੁਮਾਰਾਂ ਦੀ ਤਰ੍ਹਾਂ ਰਹਿੰਦਾ ਸੀ ਆਪਣੇ ਘਰ ਦੇ ਵਿੱਚ, ਹੁਣ ਉਹ ਆਪਣੇ ਆਪ ਦਾ ਵੀ ਨਹੀਂ ਰਿਹਾ, ਵਿਕ ਗਿਆ। ਹੁਣ ਉਹਨੂੰ ਆਪਣੀ ਮਰਜ਼ੀ ਨਹੀਂ, ਬਲਕਿ ਜੋ ਉਹਦੇ ਮਾਲਕ ਕਹਿੰਦੇ ਨੇ ਉਹ ਕਰਨਾ ਪੈਂਦਾ ਆ। ਉਹ ਕੀ ਸੋਚਦਾ ਹੋਏਗਾ? ਸ਼ਾਇਦ ਪਰਮੇਸ਼ਰ ਮੈਨੂੰ ਪਿਆਰ ਨਹੀਂ ਕਰਦਾ, ਸ਼ਾਇਦ ਪਰਮੇਸ਼ਰ ਮੈਨੂੰ ਪ੍ਰੇਮ ਨਹੀਂ ਕਰਦਾ। ਥੋੜੀ ਦੇਰ ਦੇ ਬਾਅਦ ਥੋੜਾ ਜਿਹਾ ਸੌਖਾ ਸਾਹ ਆਇਆ। ਇੱਕ ਪੋਟੀਫਰ ਨਾਂ ਦੇ ਬੰਦੇ ਨੇ ਉਹਨੂੰ ਖਰੀਦ ਲਿਆ। ਪੋਟੀਫਰ ਨਾਂ ਦੇ ਬੰਦੇ ਨੇ ਜਦੋਂ ਉਹਨੂੰ ਖਰੀਦਿਆ, ਉਹਦੇ ਘਰ ਦੇ ਵਿੱਚ ਉਹ ਇੱਕ ਅੱਛਾ ਮੋਤਬਰ ਬਣ ਗਿਆ। ਸਾਰਾ ਘਰ ਉਹਦੀ ਦੇਖ ਰੇਖ ਦੇ ਵਿੱਚ ਸੀ। ਪਰ ਉੱਥੇ ਪੋਟੀਫਰ ਦੀ ਘਰਵਾਲੀ ਦੇ ਕਾਰਨ ਉਹਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਆइए ਪੜ੍ਹਦੇ ਹਾਂ ਵਚਨ ਜੀ 39 ਦਾ 20, ਉਤਪਤ 39 ਦਾ 20 ਵਚਨ। ਉਪਰੰਤ ਯੂਸਫ ਦੇ ਸਵਾਮੀ ਨੇ ਉਸ ਨੂੰ ਲੈ ਕੇ, ਥੋੜਾ ਜਿਹਾ ਸਾਹ ਆਇਆ ਸੀ, ਥੋੜਾ ਜਿਹਾ ਕੁਝ ਠੀਕ ਹੋਣ ਲੱਗਾ, ਪਰ ਫਿਰ ਇੱਕ ਘਟਨਾ ਹੋ ਗਈ ਔਰ ਉਸ ਪੋਟੀਫਰ ਨੇ ਉਹਨੂੰ ਫੜ ਲਿਆ। ਹਾਂ, ਉਪਰੰਤ ਯੂਸਫ ਦੇ ਸਵਾਮੀ ਨੇ ਉਸ ਨੂੰ ਲੈ ਕੇ ਹਾਂ, ਉਸ ਕੈਦ ਵਿੱਚ ਪਾ ਦਿੱਤਾ, ਉਹਨੂੰ ਕੈਦਖਾਨੇ ਦੇ ਵਿੱਚ ਪਾ ਦਿੱਤਾ, ਜਿੱਥੇ ਸ਼ਾਹੀ ਕੈਦੀ ਕੈਦ ਸਨ। ਜਿੱਥੇ ਸ਼ਾਹੀ ਕੈਦੀ ਕੀ ਸੀ। ਤੁਸੀਂ ਤੇ ਦੇਖੋ ਜਰਾ ਇਹਦੇ ਜੀਵਨ ਨੂੰ। ਪਹਿਲਾਂ ਟੋਏ 'ਚ ਪਿਆ, ਫਿਰ ਵਿਕ ਗਿਆ, ਫਿਰ ਕਿਸੇ ਹੋਰ ਨੇ ਖਰੀਦ ਲਿਆ। ਥੋੜਾ ਜਿਹਾ ਇਹਦੀ ਵਫਾਦਾਰੀ ਨੂੰ ਵੇਖ ਕੇ ਉਸ ਜਗ੍ਹਾ ਤੇ ਇਹਨੂੰ ਥੋੜਾ ਜਿਹਾ ਸੁੱਖ ਦਾ ਸਾਹ ਮਿਲਿਆ, ਪਰ ਇੱਕਦਮ ਫੇਰ ਪਲਟੀ ਵੱਜੀ ਆ। ਸਿੱਧਾ ਕਿੱਥੇ? ਕੈਦਖਾਨੇ ਦੇ ਵਿੱਚ। ਲਿਖਿਆ ਉਹਨੂੰ ਕਿੱਥੇ ਪਾ ਦਿੱਤਾ ਗਿਆ? ਕੈਦਖਾਨੇ ਦੇ ਵਿੱਚ ਪਾ ਦਿੱਤਾ ਗਿਆ। ਪਰ ਇੱਕ ਹੋਰ ਗੱਲ ਸੀ ਜਿਹੜੀ ਅੱਜ ਅਸੀਂ ਧਿਆਨ ਦੇਣ ਲਈ ਜਾ ਰਹੇ ਹਾਂ। ਹਾਂਜੀ, ਪਰ ਉਹ ਉੱਥੇ ਕੈਦ ਵਿੱਚ ਰਿਹਾ। ਉਹ ਉੱਥੇ ਕੈਦ ਵਿੱਚ ਰਿਹਾ, ਪਤਾ ਨਹੀਂ ਕਿੰਨਾ ਚਿਰ ਰਿਹਾ। ਹਾਂ, ਪਰ ਯਹੋਵਾ ਯੂਸਫ ਦੇ ਸੰਗ ਸੀ। ਹਾਲੇਲੂਇਆ। ਪਰ ਯਹੋਵਾ ਕੀ ਸੀ? ਯੂਸਫ ਦੇ ਸੰਗ ਸੀ। ਮੇਰੇ ਪਿਆਰਿਓ, ਤੁਸੀਂ ਚਾਹੇ ਕੈਦ 'ਚ ਹੋਵੋ, ਤੁਸੀਂ ਚਾਹੇ ਮੌਤ ਦੇ ਗੱਡੇ 'ਚ ਹੋਵੋ, ਤੁਸੀਂ ਚਾਹੇ ਕਿੱਥੇ ਵੀ ਹੋਵੋ, ਜੇਕਰ ਤੁਹਾਡੇ ਜੀਵਨ 'ਚ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਸਭ ਕੁਝ ਹੋ ਰਿਹਾ ਨਾ, ਤੇ ਪਰਮੇਸ਼ਰ ਤੁਹਾਨੂੰ ਕਦੇ ਨਹੀਂ ਛੱਡੇਗਾ।
ਪਰਮੇਸ਼ਰ ਹਰ ਹਾਲਾਤ 'ਚ ਕੀ ਰਹੇਗਾ? ਤੁਹਾਡੇ ਨਾਲ। ਨਾ ਤਾਂ ਹੀ ਤੇ 23 ਜ਼ਬੂਰ ਕਹਿੰਦਾ ਯਹੋਵਾ ਮੇਰਾ ਯਾਲੀ ਹੈ, ਮੈਨੂੰ ਕੀ ਨਹੀਂ ਹੋਵੇਗੀ। ਚਾਹੇ ਮੈਂ ਮੌਤ ਦੀ ਛਾਂ ਦੀ ਵਾਦੀ 'ਚ ਫਿਰਾਂ, ਮੈਂ ਕਿਸੇ ਬਦੀ ਤੋਂ, ਕਿਉਂਕਿ ਤੂੰ ਮੇਰੇ ਨਾਲ ਹੈ। ਹਾਲੇਲੂਇਆ। ਹਾਲੇਲੂਇਆ। ਕੈਦਖਾਨੇ 'ਚ ਸੀ ਤਾਂ ਵੀ ਯਹੋਵਾ ਪਰਮੇਸ਼ਰ ਕੀ ਸੀ? ਉਹਦੇ ਨਾਲ ਸੀ। ਫਿਰ ਥੋੜੀ ਦੇਰ ਬਾਅਦ ਪਰਮੇਸ਼ਰ ਨੂੰ ਕੈਦਖਾਨੇ 'ਚੋਂ ਕੱਢਿਆ। ਕੈਦਖਾਨੇ 'ਚੋਂ ਕੱਢਣ ਤੋਂ ਬਾਅਦ ਫਿਰੌਨ ਦੇ ਹਵਾਲੇ ਹੋ ਗਿਆ, ਔਰ ਫਿਰੌਨ ਕੋਲ ਜਾ ਕੇ ਫਿਰੌਨ ਇੱਕ ਦਿਨ ਉਹਦੇ ਨਾਲ ਕੀ ਗੱਲ ਕਰਦਾ, ਆਈਏ ਪੜ੍ਹਦੇ ਆ ਜੀ ਉਤਪਤ 41 ਦੀ 40। ਤੂੰ ਮੇਰੇ ਘਰ ਉੱਤੇ ਹੋਵੇਂਗਾ। ਉੱਥੇ ਫਿਰੌਨ ਕੀ ਕਹਿੰਦਾ? ਮਿਸਰ ਦਾ ਰਾਜਾ ਨੂੰ ਕੀ ਕਹਿੰਦਾ? ਤੂੰ ਮੇਰੇ ਘਰ ਦੇ ਉੱਤੇ ਵੀ ਮੌਤਬੇਰ ਹੋਵੇਂਗਾ। ਹਾਂ, ਔਰ ਮੇਰੀ ਸਾਰੀ ਰਈਅਤ ਤੇਰੇ ਹੁਕਮ ਦੇ ਅਨੁਸਾਰ ਔਰ ਚੱਲੇਗੀ। ਮੇਰੀ ਸਾਰੀ ਰਈਅਤ ਤੇਰੇ ਹੁਕਮ ਤੋਂ ਬਿਨਾ ਚੱਲੇਗੀ ਨਹੀਂ। ਕਹਿੰਦਾ ਮੈਂ ਸਿਰਫ ਨਾਮ ਦਾ ਰਾਜਾ ਆ, ਅਸਲੀ ਰਾਜਾ ਕੌਣ ਹੋਵੇਗਾ? ਤੂੰ ਹੋਵੇਗਾ। ਜੋ ਤੂੰ ਕਰੇਗਾ, ਜੋ ਤੂੰ ਕਹੇਗਾ, ਉਹ ਹੀ ਹੋਵੇਗਾ। ਕੇਵਲ ਰਾਜ ਗੱਦੀ ਵਿੱਚ ਮੈਂ ਤੇਥੋਂ ਵੱਡਾ ਹੋਵਾਂ। ਕਹਿੰਦਾ ਸਿਰਫ ਮੈਂ ਰਾਜ ਗੱਦੀ ਤੇ ਬੈਠਾਂਗਾ, ਬਾਕੀ ਸਾਰੇ ਕੰਮ ਕਿਹਨੇ ਕਰਨੇ ਨੇ? ਤੂੰ ਹੀ ਕਰਨੇ। ਹੁਣ ਜਰਾ ਤੁਸੀਂ ਸੋਚੋ, ਅੱਜ ਜਦੋਂ ਯੂਸਫ ਇਸ ਰਾਜ ਗੱਦੀ ਤੇ ਪਹੁੰਚਿਆ, ਇਸ ਰਾਜ ਗੱਦੀ ਤੇ ਬੈਠਾ ਆ, ਉਹ ਜਦੋਂ ਆਪਣੇ ਪਿਛਲੇ ਜੀਵਨ ਨੂੰ ਦੇਖਦਾ ਹੋਵੇਗਾ, ਉਹ ਇਹ ਨਹੀਂ ਧੰਨਵਾਦ ਕਰਦਾ ਹੋਵੇਗਾ ਕਿ ਪਰਮੇਸ਼ਰ ਮੇਰੇ ਤੇ ਚੰਗੇ ਸਮੇਂ ਆਏ। ਉਹ ਬੁਰਿਆਂ ਸਮਿਆਂ ਦੇ ਲਈ ਧੰਨਵਾਦ ਕਰਦਾ ਹੋਵੇਗਾ। ਪਰਮੇਸ਼ਰ, ਜੇਕਰ ਮੈਂ ਉਸ ਟੋਏ ਦੇ ਵਿੱਚ ਨਾ ਪੈਂਦਾ, ਜੇਕਰ ਮੈਂ ਨਾ ਵਿਕਦਾ, ਜੇਕਰ ਪੋਟੀਫਰ ਦੀ ਘਰਵਾਲੀ ਮੇਰੇ ਤੇ ਇਲਜ਼ਾਮ ਲਵਾ ਕੇ ਮੈਨੂੰ ਜੇਲ੍ਹ 'ਚ ਨਾ ਪਹੁੰਚਾਉਂਦੀ, ਤੇ ਅੱਜ ਮੈਂ ਮਿਸਰ ਦਾ ਵੱਡਾ ਅਧਿਕਾਰੀ ਨਾ ਹੁੰਦਾ। ਮੇਰੇ ਪਿਆਰਿਓ, ਤੁਹਾਡੇ ਜੀਵਨ 'ਚ ਆਉਣ ਵਾਲੇ ਕਸ਼ਟ, ਮੁਸੀਬਤ, ਪਰੇਸ਼ਾਨੀਆਂ ਤੁਹਾਨੂੰ ਸਵਰਗੀ ਰਾਜ ਲਈ ਤਿਆਰ ਕਰਦੇ ਨੇ। ਇੱਕ ਮਸੀਹੀ ਸਿਰਫ ਚੰਗਿਆਂ ਸਮਿਆਂ ਦੇ ਲਈ ਨਹੀਂ, ਬੁਰਿਆਂ ਸਮਿਆਂ ਦੇ ਲਈ ਵੀ ਪਰਮੇਸ਼ਰ ਦਾ ਧੰਨਵਾਦ ਕਰਦਾ ਆ। ਵਚਨ ਕਹਿੰਦਾ ਚੰਗੇ ਸਮੇਂ ਜਦੋਂ ਹੋਣਗੇ, ਪਰ ਸਾਨੂੰ ਡਰ ਹੈ, ਸਾਡਾ ਆਤਮਿਕ ਜੀਵਨ ਕੁਝ ਵੀ ਹੋ ਸਕਦਾ। ਪਰਮੇਸ਼ਰ ਦਾ ਵਚਨ ਇੱਕ ਜਗ੍ਹਾ ਕਹਿੰਦਾ ਜਦੋਂ ਤੁਸੀਂ ਰੱਜ ਕੇ ਖਾਓ, ਜਦੋਂ ਤੁਹਾਡੇ ਢਿੱਡ ਭਰੇ ਹੋਣ, ਜਦੋਂ ਤੁਹਾਡੇ ਕੋਲ ਸਭ ਕੁਝ ਹੋਵੇ, ਮੈਨੂੰ ਡਰ ਹੈ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਆਪਣੇ ਯਹੋਵਾ ਪਰਮੇਸ਼ਰ ਨੂੰ ਭੁੱਲ ਸਕਦੇ ਹੋ। ਇਹ ਜੋ ਬੁਰੇ ਸਮੇਂ ਨੇ, ਪਰਮੇਸ਼ਰ ਕਹਿੰਦਾ ਹਰ ਹਾਲ 'ਚ ਉਹਦਾ ਕੀ ਕਰ? ਜੇ ਚੰਗਾ ਹਾਲ ਹੈ ਤਾਂ ਵੀ ਧੰਨਵਾਦ ਕਰ, ਜੇ ਬੁਰਾ ਹਾਲ ਹੈ ਤਾਂ ਵੱਧ ਕੇ ਕੀ ਕਰ? ਧੰਨਵਾਦ ਕਰ। ਜੇ ਤੂੰ ਪਰਮੇਸ਼ਰ ਦੇ ਪਿਆਰ ਨੂੰ ਜਾਣਦਾ ਹੈ ਤੇ ਪਰਮੇਸ਼ਰ ਦਾ ਪਿਆਰ ਕੀ ਆ? ਉਹ ਧਰਮੀ ਨੂੰ ਪਰਖਦਾ ਆ। ਇਹ ਬੁਰੇ ਸਮੇਂ ਲਿਆ ਕੇ, ਬੁਰਾ ਮਾਹੌਲ ਲਿਆ ਕੇ, ਬੁਰੇ ਸਮਿਆਂ ਦੇ ਵਿੱਚ ਪਰਮੇਸ਼ਰ ਸਾਨੂੰ ਜਦੋਂ ਪਾਉਂਦਾ ਹੈ ਨਾ, ਹਰ ਬੁਰਾਈ ਸਾਡੇ ਲਈ ਅਛਾਈ ਬਣਦੀ ਆ। ਹਰ ਬੁਰਾ ਸਮਾਂ ਸਾਡੇ ਲਈ ਚੰਗੀ ਮਹਿਮਾ ਦਾ ਕਾਰਨ ਬਣੇਗਾ। ਇਸ ਕਾਰਨ ਯੂਸਫ ਅੱਜ ਪੋਟੀਫਰ ਦੀ ਘਰਵਾਲੀ ਦਾ ਵੀ ਧੰਨਵਾਦ ਕਰਦਾ ਹੋਵੇਗਾ। ਯੂਸਫ ਅੱਜ ਜੇਲ੍ਹ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਹੋਵੇਗਾ। ਯੂਸਫ ਆਪਣੇ ਭਰਾਵਾਂ ਦਾ ਵੀ ਧੰਨਵਾਦ ਕਰਦਾ ਹੋਵੇਗਾ। ਤੁਸੀਂ ਜੇ ਮੈਨੂੰ ਨਾ ਮਾਰਦੇ ਤੇ ਮੈਂ ਆਪਣੇ ਘਰ ਦਾ ਹੀ ਰਾਜਾ ਰਹਿਣਾ ਸੀ, ਮੈਂ ਆਪਣੇ ਘਰ 'ਚ ਹੀ ਰਾਜਕੁਮਾਰ ਬਣਿਆ ਰਹਿਣਾ ਸੀ। ਪਰ ਇਹਨਾਂ ਬੁਰਿਆਂ ਸਮਿਆਂ ਦੇ ਕਾਰਨ ਮੈਂ ਅੱਜ ਮਿਸਰ ਦਾ ਰਾਜਕੁਮਾਰ ਹਾਂ। ਹਾਲੇਲੂਇਆ। ਤੁਹਾਡੇ ਜੀਵਨ 'ਚ ਆਉਣ ਵਾਲੇ ਬੁਰੇ ਸਮੇਂ ਇਹ ਬੁਰੇ ਨਹੀਂ ਆ। ਵਚਨ ਕਹਿੰਦਾ ਮੇਰੇ ਧਰਮੀ ਜਨ ਦੇ ਨਾਲ ਜੋ ਵੀ ਹੁੰਦਾ ਆ, ਉਹਦੇ ਫਾਇਦੇ ਜਾਂ ਉਹਦੇ ਲਾਭ ਦੇ ਲਈ ਹੀ ਹੁੰਦਾ ਆ। ਤੁਸੀਂ ਮਸੀਹ ਦੇ ਹੱਥਾਂ 'ਚ ਹੋਣ, ਤੁਹਾਡੇ ਵਾਸਤੇ ਚੰਗਾ ਬੁਰਾ ਕੋਈ ਮਾਇਨੇ ਨਹੀਂ ਰੱਖਦਾ। ਜਾਂ ਕਰ ਤੁਸੀਂ ਵੀ ਸੋਚਣ ਲੱਗ ਪਏ ਤੁਸੀਂ ਸੰਸਾਰਕ ਹੋ, ਤੁਸੀਂ ਆਤਮਿਕ ਨਹੀਂ ਹੋ। ਫਿਰ ਸੰਸਾਰਿਕ ਇਨਸਾਨ ਬੁਰਿਆਂ ਸਮਿਆਂ 'ਚ ਨਿਰਾਸ਼ ਹੁੰਦਾ, ਆਤਮਿਕ ਇਨਸਾਨ ਬੁਰਿਆਂ ਸਮਿਆਂ 'ਚ ਵੀ ਆਨੰਦ ਹੁੰਦਾ ਆ। ਕਿਉਂ? ਉਹਨੂੰ ਪਤਾ ਹੈ ਬੁਰੇ ਸਮੇਂ ਦੇ ਵਿੱਚ, ਇਹ ਮਾੜੇ ਸਮੇਂ ਦੇ ਵਿੱਚ ਮੇਰਾ ਪਰਮੇਸ਼ਰ ਮੇਰੇ ਨਾਲ ਆ। ਇਸ ਬੁਰੇ ਸਮੇਂ ਦੇ ਵਿੱਚ ਪਰਮੇਸ਼ਰ ਮੈਨੂੰ ਕੁਝ ਕੀ ਕਰਨ ਲਈ ਜਾ ਰਿਹਾ? ਦੇਣ ਲਈ ਜਾ ਰਿਹਾ। ਇਹ ਬਿਆਨ ਅਸੀਂ ਪਰਮੇਸ਼ਰ ਦੇ ਵਚਨ 'ਚ ਅਯੂਬ ਦਾ ਵੀ ਪੜ੍ਹਦੇ ਹਾਂ। ਆइए पढ़ते हैं अयूब की किताब 2 बाब और 9 और 10 वचन। अयूब 2 बाब 9 और 10 वचन। ਉਸ ਦੀ ਤੀਵੀਂ ਨੇ ਉਸ ਨੂੰ ਆਖਿਆ, ਅਯੂਬ ਦਾ ਸਭ ਕੁਝ ਖਤਮ ਹੋ ਗਿਆ। ਉਹਦੀ ਘਰ ਵਾਲੀ ਉਹਦੇ ਕੋਲ ਆਈ,
ਕਹਿੰਦੇ ਉਹਦੀ ਤੀਵੀਂ ਨੇ ਉਹਨੂੰ ਆਖਿਆ, ਹਾਂ ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰਕੇ ਫੜਿਆ ਹੋਇਆ ਹੈ? ਹਜੇ ਵੀ ਆਪਣੀ ਖਰਿਆਈ ਕੀ ਆ? ਕਿਹੜੀ ਖਰਿਆਈ ਨੂੰ ਫੜਿਆ ਸੀ? ਕਿਉਂਕਿ ਉਹ ਚੰਗੇ ਸਮੇਂ ਦੇ ਲਈ ਤਾਂ ਧੰਨਵਾਦ ਕਰਦਾ ਹੀ ਸੀ, ਪਰ ਬੁਰੇ ਸਮੇਂ ਦੇ ਲਈ ਵੀ ਕੀ ਕਰਦਾ ਸੀ? ਉਹ ਕੀ ਕਹਿੰਦਾ? ਤੂੰ ਦਿੱਤਾ, ਤੂੰ ਲਿਆ, ਤੇਰਾ ਨਾਮ। ਇਹ ਆ ਖਰਿਆਈ। ਮਸੀਹੀਓ, ਤੁਸੀਂ ਸਵਾਰਥੀ ਨਾ ਬਣੋ। ਸਵਾਰਥੀਪਨ ਕੀ ਆ? ਜਦੋਂ ਚੰਗਾ ਚੰਗਾ ਹੁੰਦਾ, ਜਦੋਂ ਚੰਗਾ ਸਮਾਂ ਹੁੰਦਾ ਸੀ ਪਰਮੇਸ਼ਰ ਦਾ ਧੰਨਵਾਦ ਕਰਦੇ ਆ, ਜਦੋਂ ਬੁਰਾ ਸਮਾਂ ਹੁੰਦਾ ਸੀ ਰੋਂਦੇ ਆ। ਬੁਰੇ ਸਮੇਂ ਦੇ ਲਈ ਵੀ ਪਰਮੇਸ਼ਰ ਦਾ ਧੰਨਵਾਦ ਕਰੋ। ਪ੍ਰਭੂ, ਹੁਣ ਮੇਰੀ ਜ਼ਿੰਦਗੀ, ਹੁਣ ਮੇਰਾ ਸਮਾਂ ਤੇਰੇ ਹੱਥਾਂ ਦੇ ਵਿੱਚ ਆ। ਹੁਣ ਜੋ ਵੀ ਤੂੰ ਕਰੇਗਾ ਮੇਰੇ ਲਈ ਚੰਗਾ ਹੀ ਕਰੇਗਾ। ਇਸ ਕਰਕੇ ਉਹਦੀ ਘਰਵਾਲੀ ਕੀ ਕਹਿੰਦੀ ਆ? ਤੂੰ ਹਜੇ ਵੀ ਖਰਿਆਈ ਨੂੰ ਘੁੱਟ ਕੇ ਫੜ ਕੇ ਰੱਖਿਆ। ਹਾਂ, ਪਰਮੇਸ਼ਰ ਨੂੰ ਫਟਕਾਰ ਪਰਮੇਸ਼ਰ ਨੂੰ ਫਟਕਾਰ ਤੇ ਮਰ ਜਾ। ਤੇ ਮਰ ਜਾ। ਪਰਮੇਸ਼ਰ ਨੂੰ ਫਟਕਾਰਨ ਦਾ ਮਤਲਬ ਕੀ ਸੀ? ਤੂੰ ਕਹਿ, ਪਰਮੇਸ਼ਰ ਇਹ ਤੂੰ ਕੀ ਕਰ ਦਿੱਤਾ? ਤੂੰ ਮੇਰੇ ਤੇ ਬੁਰਾ ਸਮਾਂ ਕਿਉਂ ਲੈ ਆਇਆ? ਤੂੰ ਮੈਨੂੰ ਪਿਆਰ ਨਹੀਂ ਕਰਦਾ। ਇਹ ਬੁਰਾ ਸਮਾਂ ਮੇਰੇ ਤੇ ਨਹੀਂ ਆਉਣਾ ਚਾਹੀਦਾ। ਇਹ ਆ ਪਰਮੇਸ਼ਰ ਨੂੰ ਫਟਕਾਰਨਾ। ਪਰ ਅੱਗੋਂ ਪਰਮੇਸ਼ਰ ਦਾ ਦਾਸ ਕੀ ਕਹਿੰਦਾ? ਪੜ੍ਹੀਏ ਜੀ। ਪਰ ਉਸਨੇ ਉਹਨੂੰ ਆਖਿਆ, ਪਰਮੇਸ਼ਰ ਨੇ ਉਹਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ। ਕਹਿੰਦਾ ਜਿਸ ਤਰ੍ਹਾਂ ਤੂੰ ਤੇ ਇਸ ਤਰ੍ਹਾਂ ਗੱਲਾਂ ਕਰਦੀ ਹੈ, ਜਿਸ ਤਰ੍ਹਾਂ ਕੋਈ ਝੱਲੇ ਲੋਕ ਗੱਲਾਂ ਕਰਦੇ ਨੇ ਜਾਂ ਨਾ ਸਮਝ ਲੋਕ ਗੱਲਾਂ ਕਰਦੇ ਨੇ। ਤੇਰੀਆਂ ਗੱਲਾਂ ਇੱਕ ਸਵਾਰਥ ਵਾਲੀਆਂ ਗੱਲਾਂ ਮੈਨੂੰ ਦਿਖ ਰਹੀਆਂ ਨੇ। ਹਾਂ, ਤਿਵੇਂ ਤੂੰ ਵੀ ਬੋਲਦੀ ਹੈ। ਤਿਵੇਂ ਅੱਜ ਤੂੰ ਬੋਲ ਰਹੀ ਆ। ਤੂੰ ਕੀ ਕਹਿ ਰਹੀ ਆ? ਹਾਂ, ਕੀ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ ਕਹਿੰਦਾ ਅਸੀਂ ਚੰਗਾ ਚੰਗਾ ਤੇ ਪਰਮੇਸ਼ਰ ਕੋਲੋਂ ਲਈਏ ਅਰੇ ਬੁਰਾ ਨਾ ਲਈਏ। ਤੇ ਬੁਰਾ ਨਾ ਲਈਏ। ਮੇਰੇ ਪਿਆਰਿਓ, ਇੱਕ ਮਸੀਹੀ ਦੇ ਜੀਵਨ ਦੇ ਲਈ, ਇੱਕ ਆਤਮਿਕ ਇਨਸਾਨ ਦੇ ਜੀਵਨ ਦੇ ਲਈ ਚੰਗੇ ਨਾਲੋਂ ਬੁਰਾ ਭਲਾ ਜੇ। ਸ਼ਾਇਦ ਕਈ ਲੋਕਾਂ ਨੂੰ ਇਹ ਅਜੀਬ ਲੱਗੇਗਾ, ਕਈ ਲੋਕਾਂ ਨੂੰ ਇਹ ਸਮਝ ਨਹੀਂ ਆਏਗੀ ਇਸ ਵਚਨ ਦੀ ਇਹ ਕੀ ਕਹਿ ਰਹੇ ਨੇ, ਪਰ ਇਹ ਸੱਚਾਈ ਆ। ਪ੍ਰਭੂ ਯੀਸ਼ੂ ਮਸੀਹ ਪਰਮੇਸ਼ਰ ਚੰਗੇ ਵਿੱਚੋਂ ਬੁਰਾਈ ਉਤਪੰਨ ਕਰਨ ਦੀ ਤਾਕਤ ਰੱਖਦਾ ਹੈ। ਜੇ ਸਮਸੂਨ ਦੇ ਸਾਹਮਣੇ ਉਹ ਸ਼ੇਰ ਨਾ ਆਉਂਦਾ ਤੇ ਸਮਸੂਨ ਨੇ ਕਦੇ ਉਹਨੂੰ ਮਾਰਨਾ ਨਹੀਂ ਸੀ। ਸਮਸੂਨ ਨੇ ਸ਼ੇਰ ਨੂੰ ਮਾਰਿਆ ਹੀ ਨਹੀਂ, ਬਲਕਿ ਉਹਦੇ ਵਿੱਚੋਂ ਬਾਅਦ ਚ ਕੀ ਖਾਦਾ? ਉਹਨੇ ਕੁਝ ਖਾਦਾ ਵੀ, ਕੁਝ ਮਿੱਠਾ, ਕੁਝ ਅੱਛਾ ਵੀ ਨਿਕਲਿਆ ਉਥੋਂ। ਤੁਹਾਡੇ ਜੀਵਨ ਚ ਸ਼ੇਰ ਵਾਂਗੂ ਆਉਣ ਵਾਲੀ ਬੁਰਾਈ ਤੋਂ ਘਬਰਾਓ ਨਾ। ਉਹ ਬੁਰਾਈ ਕੁਝ ਤੁਹਾਡੇ ਲਈ ਮਿੱਠਾ ਲੈ ਕੇ ਆ ਰਹੀ ਹੈ। ਇਹ ਪ੍ਰਭੂ ਯੀਸ਼ੂ ਮਸੀਹ ਸਾਡੇ ਲਈ ਮੌਤ ਦਾ ਸਵਾਦ ਨਾ ਚੱਕਦਾ, ਸਾਡੇ ਲਈ ਕੋੜਿਆਂ ਦੀ ਮਾਰ ਨਾ ਖਾਂਦਾ, ਸਾਡੇ ਲਈ ਜਿੰਨਾ ਨਿਮਨ ਸਤਰ ਤੱਕ ਪਹੁੰਚਿਆ ਉੱਥੋਂ ਤੱਕ ਉਹ ਨਾ ਪਹੁੰਚਦਾ ਕਿ ਅੱਜ ਅਸੀਂ ਹਮੇਸ਼ਾ ਦਾ ਜੀਵਨ ਪਾਉਂਦੇ। ਯੀਸ਼ੂ ਮਸੀਹ ਨੇ ਆਪਣੇ ਆਪ ਤੇ ਬੁਰਾਈ ਝੱਲੀ ਆ। ਯੀਸ਼ੂ ਮਸੀਹ ਨੇ ਆਪਣੇ ਆਪ ਤੇ ਬੁਰਾ ਸਮਾਂ ਝੱਲਿਆ ਤੇ ਸਾਡੇ ਲਈ ਚੰਗਾ ਲੈ ਕੇ ਆਇਆ। ਦਲੇਰ ਹੋਵੋ, ਮਜ਼ਬੂਤ ਬਣੋ। ਮਸੀਹੀ ਕਦੇ ਵੀ ਬੁਰਿਆਂ ਸਮਿਆਂ ਤੋਂ ਨਹੀਂ ਘਬਰਾਉਂਦਾ। ਮਸੀਹੀ ਤੇ ਇਸ ਲੈਵਲ ਦਾ ਇਨਸਾਨ ਆ। ਮਸੀਹ ਇੱਕ ਐਸੀ ਸ਼ਖਸੀਅਤ ਆ, ਉਹ ਮੌਤ ਨੂੰ ਲਕਾਰਦਾ ਹੈ। ਮੌਤ ਤੇਰਾ ਡੰਗ ਕਿੱਥੇ ਆ? ਮਸੀਹੀ ਮੌਤ ਕੋ ਵੀ ਨਹੀਂ ਡਰਦਾ। ਇਸ ਕਰਕੇ ਮੇਰੇ ਪਿਆਰਿਓ, ਅਜੂਬ ਜੋ ਕਹਿੰਦਾ ਉਸ ਚੀਜ਼ ਤੇ ਧਿਆਨ ਰੱਖੋ। ਚੰਗਾ ਚੰਗਾ ਤੇ ਲਈਏ ਤੇ ਬੁਰਾ ਬੁਰਾ। ਇਸ ਕਰਕੇ ਪਰਮੇਸ਼ਰ ਕਹਿੰਦਾ ਹਰ ਹਾਲ ਵਿੱਚ ਕੀ ਕਰ? ਉਹਦਾ ਧੰਨਵਾਦ ਕਰ। ਬੁਰੇ ਹਾਲ ਦੇ ਵਿੱਚ ਵੀ ਉਹਦਾ ਧੰਨਵਾਦ ਕਰ, ਚੰਗੇ ਹਾਲ ਦੇ ਵਿੱਚ ਵੀ ਕੀ ਕਰ? ਉਹਦਾ ਧੰਨਵਾਦ ਕਰ। ਇਹ ਆ ਇੱਕ ਮਸੀਹੀ ਦਾ ਕੰਮ, ਔਰ ਇਹ ਆ ਪਰਮੇਸ਼ਰ ਦਾ ਪ੍ਰੇਮ। ਯੂਸਫ ਦੇ ਨਾਲ ਵੀ ਪਰਮੇਸ਼ਰ ਪ੍ਰੇਮ ਕਰਦਾ ਸੀ, ਉਹਨੂੰ ਕੁਝ ਬਣਾਉਣਾ ਚਾਹੁੰਦਾ ਸੀ। ਇਸ ਕਾਰਨ ਯੂਸਫ ਦੇ ਜੀਵਨ ਦੇ ਵਿੱਚ ਇਹ ਘਟਨਾ ਆਈਆਂ, ਯੂਸਫ ਦੇ ਜੀਵਨ 'ਚ ਤੂਫਾਨ ਆਏ, ਕਿਉਂਕਿ ਪਰਮੇਸ਼ਰ ਉਹਨੂੰ ਪਿਆਰ ਕਰਦਾ ਸੀ। ਤਾਂ ਹੀ ਤੇ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਤੁਹਾਡੇ ਜੀਵਨਾਂ ਦੇ ਵਿੱਚ ਇਹ ਜੋ ਬਿਪਤਾ ਦੇ ਲਾਂਬੂ ਲੱਗੇ ਹੋਏ ਨੇ, ਸਾਡੇ ਸਭਨਾਂ ਜੀਵਨਾਂ 'ਚ ਬਿਪਤਾ ਦੇ ਲਾਂਬੂ ਲੱਗੇ ਨੇ। ਇਹ ਜੋ ਬਿਪਤਾ ਮੁਸੀਬਤਾਂ ਦੇ ਲਾਂਬੂ ਲੱਗੇ ਹੋਏ ਨੇ, ਇਹਨਾਂ ਨੂੰ ਤੁਸੀਂ ਅਚਰਜ ਨਾ ਜਾਣਿਓ। ਇਹ ਅਨੋਖੇ ਨਹੀਂ ਆ, ਇਹ ਹੋਣੇ ਨੇ। ਇਹ ਬਿਪਤਾ ਦੇ ਲਾਂਬੂ, ਜੇ ਅੱਜ ਤੁਸੀਂ ਇਹ ਬਿਪਤਾ ਦਾ ਲਾਂਬੂ ਝੱਲ ਲਓਗੇ, ਫਿਰ ਨਰਕ ਦੇ ਲਾਂਬੂ ਤੋਂ ਬਚ ਜਾਓਗੇ। ਅੱਜ ਜੇਕਰ ਤੁਸੀਂ ਇਸ ਬਿਪਤਾ ਦੇ ਲਾਂਬੂ ਨੂੰ ਝੱਲ ਜਾਓਗੇ, ਸਵਰਗ ਦੇ ਵਿੱਚ ਚਲੇ ਜਾਓਗੇ। ਇਹ ਬਿਪਤਾ ਦਾ ਲਾਂਬੂ ਹੀ ਸਾਨੂੰ ਸਿੱਧ ਕਰਦਾ ਆ। ਇੱਕ ਸੋਨੇ ਦੇ ਉੱਪਰ ਜੇਕਰ ਅੱਗ ਨਾ ਵਰਸੇ, ਇੱਕ ਸੋਨੇ ਨੂੰ ਜੇਕਰ ਅੱਗ 'ਚ ਨਾ ਪਾਇਆ ਜਾਵੇ, ਤੇ ਕਦੇ ਵੀ ਉਹ ਸਿੱਧ ਜਾਂ ਸ਼ੁੱਧ ਨਹੀਂ ਹੁੰਦਾ। ਇਸ ਤਰ੍ਹਾਂ ਮੇਰੇ ਪਿਆਰਿਓ, ਸਾਨੂੰ ਵੀ ਉਹ ਕਹਿੰਦਾ ਨਾ,
ਧੋਬੀ ਦੇ ਸਾਬਣ ਵਾਂਗੂ ਤੇ ਸੁਨਿਆਰੇ ਦੀ ਅੱਗ ਵਾਂਗੂ ਕੀ ਕਰਦਾ ਆ? ਉਹ ਧਾਉਂਦਾ ਔਰ ਸਿੱਧ ਔਰ ਸੁੱਧ ਕਰਦਾ ਆ। ਇਸ ਕਰਕੇ ਇਹ ਆ ਪਰਮੇਸ਼ਰ ਦਾ ਪ੍ਰੇਮ ਕਰਨ ਦਾ ਤਰੀਕਾ। ਪਰਮੇਸ਼ਰ ਸਾਡੇ ਤੇ ਚੰਗੇ ਚੰਗੇ ਸਮੇਂ ਨਹੀਂ, ਬੁਰੇ ਸਮੇਂ ਵੀ ਲੈ ਕੇ ਆਏਗਾ, ਪਰ ਉਹ ਬੁਰੇ ਸਮੇਂ ਸਾਡੇ ਜੀਵਨ ਦੇ ਸਭ ਤੋਂ ਅੱਛੇ ਪਲ ਹੋਣਗੇ। ਉਹ ਬੁਰੇ ਸਮੇਂ ਸਾਡੇ ਜੀਵਨ ਦੇ ਸਭ ਤੋਂ ਚੰਗੇ ਪਲ ਗਿਣੇ ਜਾਵਣਗੇ ਜਦੋਂ ਅਸੀਂ ਬਾਅਦ ਚ ਉਹ ਸਾਰੀਆਂ ਚੀਜ਼ਾਂ ਨੂੰ ਵੇਖਾਂਗੇ। ਤੇ ਇਸ ਕਰਕੇ ਬੁਰਿਆਂ ਸਮਿਆਂ ਤੋਂ ਪਰੇਸ਼ਾਨ ਨਾ ਹੋਵੋ। ਮਸੀਹ ਬੁਰਿਆਂ ਸਮਿਆਂ 'ਚ ਵੀ ਪਰਮੇਸ਼ਰ ਦੇ ਨਾਮ ਨੂੰ ਸਤੁਤੀ ਦਿੰਦਾ ਆ, ਪਰਮੇਸ਼ਰ ਦੇ ਨਾਮ ਨੂੰ ਹੀ ਵਡਿਆਈ ਦਿੰਦਾ ਆ। ਚੰਗਾ ਚੰਗਾ ਲਈਏ ਤੇ ਬੁਰਾ ਬੁਰਾ ਨਾ ਲਈਏ। ਇਹ ਅਨੋਖਾ ਪਿਆਰ ਆ ਪਰਮੇਸ਼ਰ ਦਾ। ਇਸ ਅਨੋਖੇ ਪਿਆਰ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ। ਸਾਡੇ ਸਭਨਾਂ ਨਾਲ ਹੋ ਸਕਦਾ ਹੈ, ਸਾਡੇ ਸਭਨਾਂ ਤੇ ਸਮੇਂ ਆ ਸਕਦੇ ਨੇ, ਪਰ ਘਬਰਾਇਓ ਨਾ, ਪਰੇਸ਼ਾਨ ਨਾ ਹੋਇਓ। ਤੁਹਾਡਾ ਯਹੋਵਾ ਪਰਮੇਸ਼ਰ ਹਮੇਸ਼ਾ ਤੁਹਾਡੇ ਨਾਲ ਆ। ਉਹ ਤੁਹਾਡੇ ਜੀਵਨ 'ਚ ਕੁਝ ਕਰਨਾ ਚਾਹੁੰਦਾ ਹੈ, ਉਹ ਤੁਹਾਡੇ ਜੀਵਨ 'ਚ ਕੁਝ ਕਰ ਰਿਹਾ, ਔਰ ਜੋ ਵੀ ਕਰ ਰਿਹਾ ਉਹ ਚੰਗਾ, ਵਧੀਆ ਔਰ ਉੱਤਮ ਹੀ ਕਰ ਰਿਹਾ ਆ। ਕਦੇ ਵੀ ਤੁਹਾਡੇ ਨਾਲ ਕੁਝ ਮਾੜਾ ਨਹੀਂ ਹੋਏਗਾ, ਕਿਉਂਕਿ ਤੁਸੀਂ ਯਹੋਵਾ ਪਰਮੇਸ਼ਰ ਦੇ ਹੱਥਾਂ 'ਚ। ਕਿਹਦੇ ਹੱਥਾਂ 'ਚ? ਤੇ ਉਹਦੇ ਹੱਥਾਂ 'ਚ ਕੁਝ ਹੋ ਸਕਦਾ। ਜੀਵਨ 'ਚੋਂ ਹਰ ਡਰ ਨੂੰ ਕੱਢ ਦਿਓ, ਮੌਤ ਦੇ ਡਰ ਨੂੰ ਕੱਢ ਦਿਓ। ਮੌਤ ਦਾ ਡਰ ਉਹਨੇ ਕੱਢ ਦਿੱਤਾ ਸਾਡੇ ਜੀਵਨਾਂ 'ਚੋਂ। ਮੌਤ ਹੁਣ ਸਾਡਾ ਕੁਝ ਨਹੀਂ ਵਿਗਾੜ ਸਕਦੀ। ਸਾਨੂੰ ਹਮੇਸ਼ਾ ਦਾ ਜੀਵਨ ਕੀ ਹੋ ਗਿਆ ਆ? ਮਿਲ ਗਿਆ ਆ। ਹਾਲੇਲੂਇਆ। तो आइए प्रार्थना करिए थोड़ी देर। धन्यवाद हो, धन्यवाद हो, धन्यवाद, धन्यवाद, धन्यवाद। हालेलुया, हालेलुया, हालेलुया। धन्यवाद, 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 धन्यवाद। तो आइए सब प्रार्थना दे सहित गीत गावांगे। गीत नंबर 26, गीत दी किताब विचों गीत नंबर 26। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। अपने जीवना दे विच उन्हां कठिन हालातां नूं याद करो। जेकर इस समय तुसी किसी मुश्किल जां परेशानी च, खास करके मसीही गुजर रहे हो, तो इहदे प्यार दा नमूना है। इन्हां कष्टां दे लई परमेश्वर दा धन्नवाद करो। उस वचन नूं पूरा करो कि हर हाल च तू उहदा धन्नवाद करना। इस बुरे हालां दे लई भी की करो, फिर स्वर्ग दे परमेश्वर नूं महिमा मिलेगी, फिर शैतान दे मुंह ते एक चमाटा वजेगा। ये सचमुच मसीही ने ये बुरे हालात दे लई भी परमेश्वर दा ही धन्नवाद करते हैं। हालेलुया। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। शून्य से लेकर तूने मुझे रच लिया अपने ही रूप में। शून्य से लेकर तूने मुझे रच लिया अपने ही रूप में। प्रेम किया है अनंत प्रेम से, दिया पुत्र मेरी मुक्ति के लिए। अनोखा प्यार है तेरा, करूंगा स्तुति तेरी मैं। हालेलुया। अनोखा प्यार है तेरा, करूंगा स्तुति तेरी मैं सर्वदा। अन्न वस्त्र और सभी आशीषें दी मुझे तूने भरपूरी से। अन्न वस्त्र और सभी आशीषें दी मुझे तूने भरपूरी से। खतरों और सारी मुसीबतों में बाकी पुतली जैसे संभाला मुझे।
अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं। जग में आया यीशु स्वर्ग छोड़कर, मेरा सारा दंड सह लिया उसने। जग में आया यीशु स्वर्ग छोड़कर, मेरा सारा दंड सह लिया उसने। कोड़े खा के क्रूस उठा के यीशु ने मुझे मुक्ति और चंगाई दे दी है। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। अविनाशी अनंत निराश, धन्य संगति यीशु के साथ। अविनाशी अनंत निराश, धन्य संगति यीशु के साथ। स्वर्ग ने धन्य तेरी संतान, पाएंगे यीशु से जलाली पार। अनोखा प्यार है तेरा, हालेलुया। करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। करूंगा स्तुति तेरी मैं सर्वदा, करूंगा स्तुति तेरी मैं सर्वदा। हालेलुया। तो आइए इस अनोखे प्यार दे लई परमेश्वर का धन्यवाद करिए। सब हाथ उठा के परमेश्वर का धन्यवाद करिए। अनोखा प्यार है परमेश्वर तेरा, धन्यवाद हो पिता परमेश्वर तेरा, धन्यवाद। हालेलुया, धन्यवाद धन्यवाद धन्यवाद। तो आइए सब अपने सिरां नूं झुकावांगे, प्रार्थना करांगे। सर्वशक्तिमान दयालु पिता, असीं तुहाडे धन्नवादी अज दे सुंदर समय दे लई कि एक बारी फेर पिता परमेश्वर तू अपने कदमां सानूं इकट्ठियां कीता। तेरा धन्नवाद हो पिता प्रभु, तेरे इन्हां वचनां दे लई तेरा धन्नवाद पिता। तू अज अपने वचनां द्वारा सानूं सारिआं नूं दलेर कीता कि हर समय दे लई असीं तेरा धन्नवाद करना, चंगे समय दे लई भी ते बुरे समय दे लई भी। जदों असीं बुरे समय च तेरा धन्नवाद करते हैं, सचमुच साडा दिल एक धन्नवादी दिल है पिता। सचमुच असीं एक मसीही, असीं विश्वासी हैं जो मुश्किल समय च तेनू महिमा दिंदा है, जो मुश्किल समय दे लई तेरा धन्नवाद करदा है। वो है सच्चा मसीही, वो एक जागरूक मसीही, वो मसीही है जिहदियां आत्मिक अखां खुल चुकियां ने। वो सब कुछ देख रहा कि तू उहदे जीवन दे विच इस बुरे समय दे द्वारा एक चंगा काम करन लई जा रहा पिता। असीं एक अच्छे मसीही, एक चंगे विश्वासी होने दे नाते पिता तेरियां चंगियां गल्लां दे लई भी और तेरे द्वारा साडे जीवनां च आए बुरे समयां दे लई भी तेरा धन्नवाद करदे हां पिता। ये बल तू सारी कलीसिया नूं बख्श। ये वचन सबना दे लई आत्मिक तरक्की और आशीष का कारण बने पिता। जिन्ने तेरे बच्चे इस समय इत्थे बैठ के सुन रहे हैं और जिन्ने तेरे बच्चे मोबाइल के थ्रू हुण सुन रहे हैं जां बाद सुनणगे, उन्हां सबना दे जीवन च ये वचन काम करे पिता। तेरा प्यार की है उन्होंने जानन और पिता तेरा तरीका की है उन्होंने समझन। और जदों तेरे प्यार नूं जान लैणगे फिर उन्हां दे जीवन च आएगा आत्मिक आनंद, जो तेरे स्वर्ग राज की एक सब तो वड्डी निशानी है। आत्मा में शांति और आनंद। फिर बुरे समयां दे विच घबराउणगे नहीं, बल्कि शांत रहणगे, क्योंकि वचन याद आ तू जो भी करेगा चंगा ही करेगा पिता। इन्हां वचनां दे द्वारा तुसीं सबना नूं आशीष दिओ, तुहाडा नाम ही जलाल पाए पिता। सब कलीसिया नूं सबना नूं तेरी जोरावर हत्थां सौंप दे, तुहाडे बेटे अपने प्रभु यीशु मसीह दे नाम च मंगदे हां, आमीन। हालेलुया। सब नूं जय मसीह दी
ਫਿਰ ਵੀਰਵਾਰ 11 ਵਜੇ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਲੈ ਕੇ ਲਾਈਵ ਹੋਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ, ਸਭਨਾਂ ਤੇ ਪਰਮੇਸ਼ਰ ਦੀ ਕਿਰਪਾ ਬਣੀ ਰਹੇ। ਸਭ ਨੂੰ ਜੈ ਮਸੀਹ ਦੀ।